ਆਖਲਿਓ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਿਕਸੇ ਸਿੱਖ ਸਲਤਾ ਤੇ ਬਾਹਰ, ਸਿੱਖ ਸੈਂਕੜੇ ਏ ਰਹਿ ਜ਼ਾਹਰ। ਨਿਕਸੇ ਸਿੱਖ ਸਲਤਾ ਤੇ ਬਾਹਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ, ਆਓ ਆਪਣੀਆਂ ਮਨ ਬਿਰਤੀਆਂ ਨੂੰ ਫਿਰ ਇਕਾਗਰ ਕਰੀਏ। ਧੰਨ ਗੁਰੂ ਅਰਜਨ ਦੇਵ ਪੰਚਮ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਦੀ ਵੱਡੀ ਵਡਿਆਈ ਹੈ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਆ, ਜਿਨ੍ਹਾਂ ਨੇ ਬਾਲ ਅਵਸਥਾ ਵਿੱਚ ਹੀ ਪ੍ਰਮਾਤਮਾ ਦੇ ਸਰੂਪ ਨੂੰ ਜਾਣ ਲਿਆ, ਬ੍ਰਹਮ ਨਾਲ ਅਭੇਦ ਹੋਵੇ ਔਰ ਸਾਰਾ ਜੀਵਨ ਗੁਰੂ ਨਾਨਕ ਦੇ ਮਿਸ਼ਨ ਦੇ ਪ੍ਰਚਾਰ ਦਾ ਬਹੁਤ ਵੱਡਾ ਕਾਰਜ ਕੀਤਾ, ਜੀਵਨ ਸਫਲਾ ਕੀਤਾ ਲੱਖਾਂ ਲੋਕਾਂ ਦਾ। ਆਪ ਤਾਂ ਤੇਰੇ ਹੀ ਨੇ ਦੁਨੀਆ ਨੂੰ ਤਾਰ ਦਿੱਤਾ, ਆਪ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ, ਚਲਤੇ ਰਾਖਿਓ ਚੀਤ, ਸਾਰੀ ਉਮਰ ਸਾਰਾ ਜੀਵਨ ਜਿੱਥੇ ਵਾਹਿਗੁਰੂ ਦੀ ਸਿਫਤ ਸਲਾਘਾ ਕੀਤੀ ਹੈ, ਖਿਨ ਖਿਨ ਪਲ ਪਲ ਸਵਾਸ ਸਵਾਸ ਪ੍ਰਭੂ ਨੂੰ ਜਪਿਆ ਹੈ, ਵਾਹਿਗੁਰੂ ਦੀ ਉਸਤਤ ਵਿੱਚ ਉਹਦੀ ਭਗਤੀ ਵਿੱਚ ਹੀ ਆਪਣਾ ਜੀਵਨ ਲਾਇਆ ਹੈ। ਔਰ ਜਿਨ੍ਹਾਂ ਨੂੰ ਦਰਸ਼ਨ ਦਿੱਤੇ ਹਨ, ਉਹ ਚੋਰ ਠੱਗ ਬੇਈਮਾਨ ਲੋਕ ਵੀ ਸਾਧੂ ਸੰਤ ਮਹਾਤਮਾ ਬ੍ਰਹਮ ਗਿਆਨੀ ਬਣਾ ਦਿੱਤੇ ਹਨ। ਅਨੰਤ ਜੀਵਾਂ ਦਾ ਬੇੜਾ ਭਾਵ ਸਾਗਰ ਤੋਂ ਪਾਰ ਲੰਘਾਇਆ, ਸਭ ਦਾ ਭਲਾ ਕੀਤਾ। ਤੇ ਅੱਜ ਮਹਾਰਾਜ ਸੱਚੇ ਪਾਤਸ਼ਾਹ ਜੀ ਜੇਠ ਸੁਦੀ ਚੌਥ ਨੂੰ ਸੰਨ 1606 ਲਾਹੌਰ ਦੇ ਵਿੱਚ ਰਾਵੀ ਦੇ ਕੰਢੇ ਜੋਤੀ ਜੋਤ ਸਮਾ ਗਏ ਹਨ। ਰਹਿੰਦੇ ਗੁਰ ਦਰਿਆਓ ਵਿੱਚ ਮੀਨ ਕੁਲੀਨ ਹੇਤ ਨਿਰਵਾਣੀ। ਸਤਿਗੁਰੂ ਦੀ ਸ਼ਹਾਦਤ ਨੇ ਇੱਕ ਨਵੀਂ ਕ੍ਰਾਂਤੀ ਲਿਆਉਣੀ ਹੈ, ਇੱਕ ਨਵੀਂ ਜੋਤ ਜਗਾਣੀ ਹੈ, ਕਿਉਂਕਿ ਮਹਾਂਪੁਰਸ਼ਾਂ ਦਾ ਸਾਰਾ ਹੀ ਕਾਰਜ ਅਕਾਲ ਪੁਰਖ ਦੇ ਹੁਕਮ 'ਚ ਹੁੰਦਾ ਹੈ। ਜੋ ਵਾਹਿਗੁਰੂ ਵੱਲੋਂ ਹੁਕਮ ਆਉਂਦੇ ਨੇ, ਉਹਦੇ ਮੁਤਾਬਕ ਮਹਾਂਪੁਰਸ਼ ਜੀਵਨ ਜਿਉਂਦੇ ਨੇ ਤੇ ਉਹਦੇ ਮੁਤਾਬਕ ਹੀ ਚੋਲਾ ਤਿਆਗਦੇ ਨੇ। ਸੱਚੇ ਪਾਤਸ਼ਾਹ ਜੀ ਨੇ ਸ਼ਹਾਦਤ ਪ੍ਰਾਪਤ ਕੀਤੀ, ਗੁਰੂ ਕੇ ਸਿੱਖਾਂ ਨੇ ਅੰਤਮ ਸੰਸਕਾਰ ਕੀਤੇ ਹਨ, ਗੁਰੂ ਕੇ ਸਿੱਖ ਜਲ ਤੋਂ ਬਾਹਰ ਨਿਕਲੇ ਹਨ। ਹਜ਼ਾਰਾਂ ਸੰਗਤਾਂ ਰਾਵੀ ਦੇ ਕੰਢੇ ਤੇ ਖੜੀਆਂ ਹਨ, ਬੈਰਾਗ ਕਰ ਰਹੀਆਂ ਨੇ, ਗੁਰੂ ਸਾਹਿਬ ਦੇ ਅੰਤਮ ਦਰਸ਼ਨ ਕੀਤੇ ਹਨ। ਆਓ ਇਹ ਕਥਾ ਪ੍ਰੇਮ ਨਾਲ ਸਰਵਣ ਕਰੀਏ, ਸਾਰੀ ਸੰਗਤ ਰਸਨਾ ਨੂੰ ਪਵਿੱਤਰ ਕਰੀਏ। ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਿਕਸੇ ਸਿੱਖ ਸਲਤਾ ਤੇ ਬਾਹਰ। ਜਦੋਂ ਮਹਾਰਾਜ ਸਾਹਿਬ ਜੀ ਨੂੰ ਜਲ ਪ੍ਰਵਾਹ ਕੀਤਾ ਤਾਂ ਭਾਈ ਬਿਧੀ ਚੰਦ, ਭਾਈ ਜੇਠਾ, ਪੁਰਾਣਾ ਲਗਾ ਆਦਿਕ ਸਿੱਖ ਬਾਹਰ ਨਿਕਲੇ ਹਨ। ਸਿੱਖ ਸੈਂਕੜੇ ਰਹਿ ਜ਼ਾਹਰ। ਹਜ਼ਾਰਾਂ ਸੰਗਤਾਂ ਮਹਾਰਾਜ ਦੇ ਦਰਸ਼ਨਾਂ ਲਈ ਖੜੀਆਂ, ਦਰਸ਼ਨ ਕਰ ਰਹੀਆਂ ਹਨ। ਨਹੀਂ ਬਹੁਰ ਕੁਛ ਦੇਈ ਦਿਖਾਈ। ਮੁੜ ਕੇ ਫਿਰ ਮਹਾਰਾਜ ਦੇ ਸਰੀਰ ਦੇ ਦਰਸ਼ਨ ਨਹੀਂ ਹੋਏ, ਜਲ ਵਿੱਚ ਹੀ ਲੀਨ ਹੋ ਗਏ, ਜਲ ਰੂਪੀ ਹੋ ਗਏ ਸਤਿਗੁਰੂ ਜੀ। ਜਲ ਸਰੂਪ ਤਨ ਹੋਇ ਸੁਖਦਾਈ। ਮਹਾਰਾਜ ਸੱਚੇ ਪਾਤਸ਼ਾਹ ਸੁੱਖਾਂ ਦੇ ਦਾਤੇ ਰਾਵੀ ਰੂਪੀ ਹੋ ਗਏ ਹਨ। ਬਚਨ ਵੀ ਕਰ ਗਏ ਨੇ ਕਿ ਇਹ ਸਾਡਾ ਹੀ ਰੂਪ ਸਮਝ ਲੈਣਾ, ਜਿਹਨੇ ਸਾਡੇ ਦਰਸ਼ਨ ਕਰਨੇ, ਹੁਣ ਰਾਵੀ ਦੇ ਦਰਸ਼ਨ ਕਰ ਲਓ। ਕਿਉਂਕਿ ਗੁਰੂ ਸਾਹਿਬ ਤਾਂ ਸਾਧ ਸੰਗਤ ਜੀ ਕਣ ਕਣ ਵਿੱਚ ਹੀ ਹਨ। ਐਸੀ ਕੋਈ ਥਾਂ ਨਹੀਂ ਜਿੱਥੇ ਗੁਰੂ ਦੀ ਜੋਤ ਨਾ ਹੋਵੇ। ਸਾਰੇ ਸੰਸਾਰ ਵਿੱਚ ਜਲ ਥਲ ਮਹੀਲ ਪੂਰਿਆ, ਸੁਆਮੀ ਸਿਰਜਣਹਾਰ ਅਨੇਕ ਭਾਂਤ ਹੋਏ ਪਸਰਿਆ, ਨਾਨਕ ਏਕ ਓੰਕਾਰ।
ਪਰ ਸਾਰੀਆਂ ਥਾਵਾਂ ਤੇ ਦੇਖਣ ਵਾਲੀ ਦ੍ਰਿਸ਼ਟੀ ਸਾਡੇ ਕੋਲ ਨਹੀਂ ਹੁੰਦੀ। ਪਰਮੇਸ਼ਰ ਤਾਂ ਸਾਰੀਆਂ ਥਾਵਾਂ ਤੇ ਹੈ। ਜੇ ਕੋਈ ਸ਼ੰਕਾ ਕਰੇ ਵੀ ਕੀ ਗੁਰੂ ਸਾਹਿਬ ਇਕੱਲੇ ਰਾਵੀ ਵਿੱਚ ਹੀ ਹਨ, ਬਾਹਰ ਨਹੀਂ ਹਨ, ਬਾਹਰ ਵੀ ਹਨ, ਹਰ ਥਾਂ ਤੇ ਹਨ। ਕੋਈ ਜਗ੍ਹਾ ਨਹੀਂ ਜਿੱਥੇ ਗੁਰੂ ਦੀ ਜੋਤ ਨਹੀਂ, ਪਰ ਉਹ ਵੇਖਣ ਵਾਲੀ ਅੱਖ ਵੀ ਤਾਂ ਹੋਵੇ। ਜਿੰਨੀ ਕਿ ਸਾਡੇ ਕੋਲ ਦ੍ਰਿਸ਼ਟੀ ਆ ਮਹਾਰਾਜ ਉਹਨਾਂ ਕੀ ਸਮਝਾ ਦਿੰਦੇ ਆ। ਕਹਿੰਦੇ ਅਜੇ ਆਹ ਤਾਂ ਕਰੋ, ਫਿਰ ਅੱਗੇ ਵੇਖੀ ਜਾਏਗੀ। ਸ਼ਰਧਾ ਤਾਂ ਰੱਖੋ ਉਹਨਾਂ ਸਥਾਨਾਂ ਤੇ ਜਿੱਥੇ ਗੁਰੂ ਦੇ ਚਰਨ ਪਏ ਹਨ, ਉਹਨਾਂ ਸਥਾਨਾਂ ਤੇ ਜਿੱਥੇ ਗੁਰੂ ਨੇ ਕੌਤਕ ਕੀਤੇ ਹਨ, ਜਿੱਥੇ ਗੁਰੂ ਨੇ ਲੀਲਾ ਕੀਤੀ ਹੈ। ਉਹ ਸਥਾਨ ਦੇ ਦਰਸ਼ਨ ਕਰਕੇ ਸ਼ਰਧਾ ਬਣਦੀ ਹੈ, ਭਾਵਨਾ ਬਣਦੀ ਹੈ, ਭਗਤੀ ਰਸ ਪੈਦਾ ਹੁੰਦਾ। ਜਦੋਂ ਭਗਤੀ ਦੇ ਨਾਲ ਕੋਈ ਸ਼ਰਧਾ ਨਾਲ ਨਾਮ ਜਪਦਾ ਤੇ ਫਿਰ ਉਹਨੂੰ ਆਤਮ ਪ੍ਰਕਾਸ਼ ਦੀ ਪ੍ਰਾਪਤੀ ਹੁੰਦੀ। ਫਿਰ ਉਹਨੂੰ ਇੱਕ ਥਾਂ ਤੇ ਨਹੀਂ ਦਿਸਦਾ, ਫਿਰ ਉਹਨੂੰ ਸਭ ਥਾਵਾਂ ਤੇ ਦਿਸਣ ਲੱਗ ਜਾਂਦਾ। ਪਰ ਸਭ ਥਾਵਾਂ ਤੇ ਦਿਸਣ ਤੋਂ ਪਹਿਲਾਂ ਇੱਕ ਥਾਂ ਤੇ ਦੇਖਣਾ ਪੈਂਦਾ। ਸੋ ਇਹ ਰਾਵੀ ਦਰਿਆ ਦੇ ਬਾਰੇ ਬਚਨ ਕਰਕੇ ਰਾਵੀ ਵਿੱਚ ਹੀ ਸਮਾ ਗਏ ਨੇ। ਰਘਬਰ ਰਾਮਚੰਦ ਮਾਨਿੰਦੇ। ਜਿਵੇਂ ਭਗਵਾਨ ਸ੍ਰੀ ਰਾਮਚੰਦਰ ਜੀ ਜਾਣ ਲੱਗਿਆ ਸਰਜੂ ਨਦੀ ਵਿੱਚ ਹੀ ਲੀਨ ਹੋ ਗਏ ਸਨ। ਅਯੁੱਧਿਆ ਦੇ ਲਾਗੇ ਇੱਕ ਸਰਜੂ ਨਦੀ ਹੈ, ਉੱਥੇ ਰਾਮਚੰਦਰ ਜੀ ਨੇ ਅੰਤਮ ਦਰਸ਼ਨ ਦਿੱਤੇ ਤੇ ਜਲ ਰੂਪ ਹੋ ਗਏ। ਪ੍ਰਭਸ਼ੇ ਸਰਜੂ ਨੀਰ ਬਿਲੰਦੇ। ਜਾਣ ਲੱਗਿਆ ਸ੍ਰੀ ਰਾਮਚੰਦਰ ਜੀ ਭਗਵਾਨ ਸਰਜੂ ਨਦੀ ਦੇ ਵਿੱਚ ਪ੍ਰਵੇਸ਼ ਕਰ ਗਏ ਸਨ ਤੇ ਉਸ ਤੋਂ ਬਾਅਦ ਉਹਨਾਂ ਦੇ ਸਰੀਰ ਦੇ ਕਿਸੇ ਨੂੰ ਦਰਸ਼ਨ ਨਹੀਂ ਹੋਏ। ਮੋਹਰ ਨਹੀਂ ਨਿਜ ਦੇਹ ਦਿਖਾਈ। ਉਹ ਭਗਵਾਨ ਸ੍ਰੀ ਰਾਮਚੰਦਰ ਜੀ ਨੇ ਜਦੋਂ ਸਰਜੂ ਨਦੀ 'ਚ ਪ੍ਰਵੇਸ਼ ਕੀਤਾ, ਉਸ ਤੋਂ ਬਾਅਦ ਫਿਰ ਕਿਸੇ ਨੂੰ ਦਰਸ਼ਨ ਨਹੀਂ ਦਿੱਤੇ। ਜਲ ਸਰੂਪ ਹੋਇਗੇ ਤਿਸ ਥਾਈ। ਜਲ ਰੂਪ ਹੀ ਹੋ ਗਏ ਸਨ। ਬਿਸਮਤ ਭਏ ਬਿਲੋਕ ਨਿਹਾਰੇ। ਅੱਜ ਗੁਰੂ ਅਰਜਨ ਦੇਵ ਜੀ ਵੀ ਉਸੇ ਤਰ੍ਹਾਂ ਰਾਵੀ ਰੂਪ ਹੀ ਹੋ ਗਏ ਹਨ। ਮੁੜ ਕੇ ਦਰਸ਼ਨ ਨਹੀਂ ਹੋਏ। ਵੇਖਣ ਵਾਲੇ ਸਾਰੇ ਹੈਰਾਨ ਹਨ। ਸਭ ਸੋ ਜੇਠੇ ਬਾਕ ਉਚਾਰੇ। ਸੰਗਤਾਂ ਬੈਠੀਆਂ ਰਾਵੀ ਦੇ ਕੰਢੇ ਤੇ ਵਾਹਿਗੁਰੂ 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 ਜਪ ਰਹੀਆਂ। ਕੋਈ ਜਪਜੀ ਸਾਹਿਬ ਦਾ ਪਾਠ ਕਰਦਾ ਹੈ, ਕੋਈ ਮੂਲ ਮੰਤਰ ਦਾ, ਕੋਈ ਸਤਨਾਮ ਵਾਹਿਗੁਰੂ ਦਾ ਜਾਪ ਕਰਦਾ ਹੈ। ਭਾਈ ਜੇਠਾ ਜੀ ਸਾਰੀ ਸੰਗਤ ਨੂੰ ਕਹਿਣ ਲੱਗੇ, ਅੰਤ ਸਮੇਂ ਗੁਰ ਗਏ ਬਤਾਏ। ਗੁਰੂ ਰੂਪ ਸਾਧ ਸੰਗਤ ਜੀ, ਧੰਨ ਸ੍ਰੀ ਗੁਰੂ ਪੰਚਮ ਪਾਤਸ਼ਾਹ ਜੀ ਮਹਾਰਾਜ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਇਹ ਗੱਲ ਦੱਸ ਕੇ ਗਏ ਹਨ। ਜਲ ਪ੍ਰਵਾਹ ਮੋਦੇ ਹੋ ਟਿਕਾਏ। ਕਿ ਸਾਨੂੰ ਇਸ ਰਾਵੀ ਵਿੱਚ ਹੀ ਸਾਡਾ ਸਰੀਰ ਜਲ ਪ੍ਰਵਾਹ ਕਰ ਦੇਣਾ। ਨਰ ਨਾਰਨ ਕੀ ਪੀਰ ਉਦਾਰ। ਬਹੁਤ ਸੰਗਤਾਂ ਇੱਥੇ ਹਜ਼ਾਰਾਂ ਦੀ ਤਾਦਾਦ ਵਿੱਚ ਆਈਆਂ ਹੋਈਆਂ ਹਨ। ਹਟ ਆਏ ਪੁਨ ਨਗਰ ਮਝਾਰ। ਉਥੋਂ ਜਲ ਵਰਤ ਕੇ ਨਮਸਕਾਰ ਕਰਕੇ ਤੇ ਆਪਣੇ ਆਪਣੇ ਘਰਾਂ ਨੂੰ ਵਾਪਸ ਆ ਗਏ ਨੇ ਸਿੱਖ। ਧਰਮਸ਼ਾਲਾ ਥਿਤ ਭੇ ਸਮੁਦਾਈ। ਜਿਹੜੀਆਂ ਲਾਹੌਰ ਦੇ ਵਿੱਚ ਧਰਮਸ਼ਾਲਾ ਹਨ, ਗੁਰੂ ਘਰ ਬਣੇ ਸੰਗਤਾਂ ਦੇ ਕੀਰਤਨ ਕਥਾ ਕਰਨ ਵਾਸਤੇ, ਉੱਥੇ ਸੰਗਤਾਂ ਇਕੱਠੀਆਂ ਹੋਈਆਂ ਹਨ। ਰੁਦਤ ਬਿਲੋਚਨ ਅਸ਼ਰ ਬਹਾਈ। ਬੜਾ ਬੈਰਾਗ ਹੈ ਸਿੱਖਾਂ ਦੇ। ਅੱਖਾਂ 'ਚ ਜਲ ਛਾਇਆ ਹੋਇਆ ਹੈ, ਅੱਖਾਂ 'ਚ ਹੰਝੂ ਮੈਂ ਨੀਰ ਵਹੇ ਵਹਿ ਚੱਲੇ ਜੀਓ। ਹਉ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹੇ ਵਹਿ ਚੱਲੇ ਜੀਓ। ਜਿਸ ਪਿਆਰੇ ਸਿਉਨੇ ਹੋ ਤਿਸ ਆਗੇ ਮਰ ਚੱਲੀਐ। ਤ੍ਰਿਗ ਜੀਵਨ ਸੰਸਾਰ ਤਾਕੇ ਪਾਛੈ ਜੀਵਨ। ਐਸੀ ਬੈਰਾਗ ਦਸ਼ਾ ਵਿੱਚ ਗੁਰੂ ਕੇ ਸਿੱਖ ਅਲਾਣੀਆਂ ਦਾ ਪਾਠ ਕਰਦੇ ਹੈ, ਕੀਰਤਨ ਸੋਹਿਲਾ ਪੜ੍ਹਦੇ ਹੈ, ਵਡਾਂਸ ਰਾਗ ਦਾ, ਮਾਰੂ ਰਾਗ ਦਾ ਕੀਰਤਨ ਕਰਦੇ ਹੈ। ਸਾਥਰ ਬਾਬੀ ਲਏ ਦੁਤਾਰਾ। ਰਬਾਬੀ ਦੁਤਾਰਾ ਲੈ ਕੇ ਆ ਗਿਆ ਹੈ। ਕੀਰਤਨ ਸਭ ਕੇ ਅਗਰ ਉਚਾਰਾ। ਤੇ ਉਸ ਰਬਾਬੀ ਨੇ ਬੜੇ ਵਿਰਾਗ ਨਾਲ ਗੁਰਬਾਣੀ ਦਾ ਕੀਰਤਨ ਕੀਤਾ ਹੈ। ਦਰਬਾਦਿਕ ਵਸਤੂ ਗਨ ਸੰਗਤ। ਔਰ ਸੰਗਤਾਂ ਲਿਆ ਕੇ ਮਾਇਆ ਤੇ ਬਸਤਰ ਭੇਟਾ ਕਰਦੀਆਂ ਹਨ। ਦੇਉ ਬਹੁਤ ਪੁਨ ਰਹਿਓ ਨ ਮੰਗਤ। ਕਹਿੰਦੇ ਉਸ ਰਬਾਬੀ ਨੂੰ ਇੰਨੀ ਮਾਇਆ ਦਿੱਤੀ ਸੰਗਤ ਨੇ, ਇੰਨੇ ਬਸਤਰ ਦਿੱਤੇ, ਕੀਰਤਨ ਭੇਟਾ ਦਿੱਤੀ ਵੀ ਮੁੜ ਕੇ ਮੰਗਣ ਜੋਗਾ ਨਹੀਂ ਰਿਹਾ। ਮੰਗਣ ਦੀ ਲੋੜ ਹੀ ਨਹੀਂ ਪਈ। ਰੀਝ ਕੇ ਦਾਨ ਦਿਓ ਜਿਨ ਕੋ
ਤਿਨ ਮੰਗਣ ਕੋ ਨਾ ਕਹੂੰ ਮਨ ਦੀਨੋ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਆਪਣੀ ਬਾਣੀ 'ਚ ਲਿਖਦੇ ਹੈ ਕਿ ਪਰਮੇਸ਼ਰ ਜਿਹਨੂੰ ਰੀਝ ਕੇ ਦਿੰਦਾ ਹੈ ਨਾ, ਉਹਨੂੰ ਫਿਰ ਮੰਗਣ ਜੋਗਾ ਨਹੀਂ ਰਹਿਣ ਦਿੰਦਾ, ਮਾਲਾ ਮਾਲ ਕਰ ਦਿੰਦਾ। ਸੰਗਤ ਵੀ ਗੁਰੂ ਦਾ ਹੀ ਰੂਪ ਹੈ। ਇਤਨੀ ਮਾਇਆ, ਇਤਨੀ ਸੇਵਾ ਕੀਤੀ ਹੈ ਕੀਰਤਨੀਆਂ ਦੀ ਕਿ ਉਹ ਮਾਲਾ ਮਾਲ ਹੋ ਗਿਆ ਹੈ। ਇਸ ਦਿਨ ਰਹਿਤ ਪਏ ਧਰਮਸ਼ਾਲਾ। ਭਾਈ ਬਿਧੀ ਚੰਦ ਜੀ, ਭਾਈ ਜੇਠਾ ਜੀ, ਭਾਈ ਪੁਰਾਣਾ, ਲੰਗਾ ਪੈੜਾ ਆਦਿਕ ਸਿੱਖ ਉਸ ਦਿਨ, ਕਿਉਂਕਿ ਹਨੇਰਾ ਪੈ ਚੱਲਿਆ ਸੀ, ਰਾਤ ਪੈ ਗਈ ਸੀ, ਲਾਹੌਰ ਦੀ ਧਰਮਸ਼ਾਲਾ ਵਿੱਚ ਹੀ ਰੁਕੇ ਹਨ। ਪੰਚੋ ਸਿੱਖਨ ਸ਼ੋਕ ਵਿਸਾਲਾ। ਇਹਨਾਂ ਪੰਜਾਂ ਸਿੱਖਾਂ ਨੂੰ ਬੜਾ ਹੀ ਸ਼ੌਕ ਹੈ, ਬੜਾ ਹੀ ਬੈਰਾਗ ਹੈ, ਕਿਉਂਕਿ ਜਿਹੜੀ ਗੱਲ ਮਨ ਚਿੱਤ ਚੇਤੇ ਨਹੀਂ ਸੀ ਹੋ ਗਈ। ਜੋ ਮਨ ਚਿੱਤ ਨਾ ਚੇਤੇ ਸਨ ਸੇ ਗਾਲੀ ਰੱਬ ਕੀਆਂ। ਇਹਦਾ ਅਚਿੰਤੇ ਬਾਜ ਪੈ ਗਏ। ਸੋਚਿਆ ਵੀ ਨਹੀਂ ਸੀ ਵੀ ਏਦਾਂ ਸਤਿਗੁਰੂ ਪਾਤਸ਼ਾਹ ਵਿਛੋੜਾ ਦੇ ਦੇਣਗੇ, ਐਡਾ ਵੱਡਾ ਸਾਕਾ ਵਰਤ ਜਾਏਗਾ। ਮਹਾਰਾਜ ਤਾਂ ਜਾਣਦੇ ਸਨ, ਉਹ ਤਾਂ ਘੱਟ ਘੱਟ ਦੀ ਜਾਣਨ ਵਾਲੇ ਸਨ, ਤਾਂ ਹੀ ਗੱਦੀ ਗੁਰੂ ਹਰਗੋਬਿੰਦ ਸਾਹਿਬ ਨੂੰ ਦੇ ਕੇ ਆਏ ਸਨ, ਸਾਰੀ ਜ਼ਿੰਮੇਵਾਰੀ ਸੰਭਾਲ ਕੇ ਆਏ ਸਨ। ਪਰ ਸੰਗਤ ਸਿੱਖ ਜਿਹੜੇ ਹਨ, ਉਹਨਾਂ ਨੂੰ ਇੰਨੀ ਨਹੀਂ ਸੀ ਵੀ ਇੱਥੋਂ ਦਾ ਹੀ ਗੱਲ ਚਲੀ ਜਾਣੀ ਹੈ। ਮਹਾਰਾਜ ਦੀ ਉਮਰ ਸਾਰੀ ਉਸ ਵੇਲੇ 43 ਸਾਲ ਦੀ ਸੀ। ਅਜੇ ਦਾੜੇ ਵਿੱਚ ਕੋਈ ਕੇਸ ਚਿੱਟਾ ਨਹੀਂ ਸੀ ਆਇਆ। ਮਹਾਰਾਜ ਦਾ ਸਾਰਾ ਦਾੜਾ ਵੀ ਕਾਲਾ ਸੀ, ਬੜਾ ਹੀ ਸੁੰਦਰ ਸਰੂਪ ਸੀ, ਤੇ ਆਹ ਭਾਣਾ ਵਰਤ ਗਿਆ। ਸਿੱਖ ਬੜੇ ਹੈਰਾਨ ਹਨ। ਇਸ ਦਿਨ ਕਿਨਹੋ ਨਾ ਭੋਜਨ ਕੀਨ। ਉਸ ਦਿਨ ਕਿਸੇ ਕੋਲੋਂ ਪ੍ਰਸ਼ਾਦਾ ਨਹੀਂ ਛਕਿਆ ਗਿਆ, ਕਿਸੇ ਘਰ 'ਚ ਅੱਗ ਨਹੀਂ ਬਲੀ। ਲਾਹੌਰ ਦੇ ਹਜ਼ਾਰਾਂ ਸਿੱਖ ਰਾਤ ਨੂੰ ਭੁੱਖੇ ਹੀ ਸੁੱਤੇ ਹਨ। ਗੁਰਜਾਵਤ ਬੈਠੇ ਮਨ ਦੀਨ। ਘਰ ਘਰ ਵਿੱਚ ਬੈਰਾਗ ਹੈ, ਘਰ ਘਰ ਵਿੱਚ ਸੋਗ ਹੈ। ਗੁਰੂ ਪੰਚਮ ਪਾਤਸ਼ਾਹ ਦੀ ਸ਼ਹਾਦਤ ਨੇ ਸਾਰੇ ਪਾਸੇ ਹਾਹਾਕਾਰ ਮਚਾ ਦਿੱਤੀ ਹੈ। ਸਿੱਖ ਸੰਗਤ ਤਾਂ ਬਹੁਤ ਜ਼ਿਆਦਾ ਦੀਨ ਮਨੀ ਹੋਈ ਪਈ ਹੈ। ਬਿਨ ਮਹਿਪਾਲ ਚਮੂ ਜਿਮਦੀਨਾ। ਜਿਵੇਂ ਰਾਜੇ ਤੋਂ ਬਿਨਾਂ, ਸੈਨਾਪਤੀ ਤੋਂ ਬਿਨਾਂ ਫੌਜ ਦੀਨ ਹੋ ਜਾਂਦੀ ਹੈ। ਜਿਹੜੀ ਫੌਜ ਦਾ ਕਮਾਂਡਰ ਨਾ ਰਵੇ, ਰਾਜਾ ਨਾ ਰਵੇ, ਫੌਜ ਦੇ ਉੱਤੇ ਸਰਕਾਰ ਨਾ ਰਵੇ। ਜਿਵੇਂ ਸ਼ਾਹ ਮੁਹੰਮਦ ਨੇ ਲਿਖਿਆ ਨਾ, ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਤੋਂ ਬਿਨਾਂ ਗੁਰੂ ਨਾਨਕ ਪੰਥੀ ਸਿੱਖਾਂ ਦਾ ਹਾਲ ਹੋ ਗਿਆ। ਦੁਲਹ ਬਿਨ ਬਰਾਤ ਜਿਮਹੀਨਾ। ਜਿਵੇਂ ਲਾੜੇ ਤੋਂ ਬਿਨਾਂ ਬਰਾਤ ਹੀਣੀ ਹੋ ਜਾਂਦੀ ਹੈ, ਸ਼ੋਭਾ ਨਹੀਂ ਦਿੰਦੀ, ਸੋਹਣੀ ਨਹੀਂ ਲੱਗਦੀ। ਜਥਾ ਜਾਮਨੀ ਚੰਦ ਬਹੀਨਾ। ਜਿਵੇਂ ਚੰਦਰਮਾ ਤੋਂ ਬਿਨਾਂ ਰਾਤ ਕਾਲੀ ਹੁੰਦੀ ਹੈ ਤੇ ਸ਼ੋਭਾ ਨਹੀਂ ਦਿੰਦੀ। ਗੁਰ ਬਿਨ ਸੰਗਤ ਤਥਾ ਮਲੀਨਾ। ਏਦਾਂ ਮਹਾਰਾਜ ਪੰਚਮ ਪਾਤਸ਼ਾਹ ਜੀ, ਧੰਨ ਗੁਰੂ ਅਰਜਨ ਦੇਵ ਜੀ, ਬਾਣੀ ਕੇ ਬੋਹਿਤ, ਸ਼ਾਂਤੀ ਦੇ ਪੁੰਜ, ਉਹਨਾਂ ਦੇ ਹੁਣ ਦਰਸ਼ਨ ਨਹੀਂ ਹੋਣੇ। ਉਹ ਸਾਥੀ ਸਾਡੀਆਂ ਅੱਖਾਂ ਤੋਂ ਓਹਲੇ ਹੋ ਗਏ ਸਦਾ ਲਈ। ਇਸ ਗੱਲ ਨੇ ਗੁਰੂ ਕੇ ਸਿੱਖਾਂ ਦੇ ਮਨ ਮਲੀਨ ਕਰ ਦਿੱਤੇ, ਭਾਵ ਮਨ ਮੁਰਝਾ ਗਏ, ਮਨ ਬੜੇ ਦੁਖੀ ਹਨ। ਬਿਨਾ ਨਰੇਸ਼ਵਰ ਪ੍ਰਜਾ ਦੁਖਾਰੀ। ਰਾਜੇ ਤੋਂ ਬਿਨਾਂ ਜਿਵੇਂ ਪ੍ਰਜਾ ਦੁਖੀ ਹੁੰਦੀ ਹੈ। ਪਤ ਬਹੀਨ ਜਿਮ ਪਤ ਬ੍ਰਤ ਨਾਰੀ। ਔਰ ਪਤੀ ਤੋਂ ਬਿਨਾਂ ਜਿਵੇਂ ਪਤੀਵਰਤਾ ਇਸਤਰੀ, ਜਿਹੜੀ ਆਪਣੇ ਪਤੀ ਤੋਂ ਬਿਨਾਂ ਹੋਰ ਕਿਸੇ ਵੱਲ ਨਹੀਂ ਝਾਕਦੀ, ਆਪਣੇ ਪਤੀ ਨੂੰ ਹੀ ਸਾਰਾ ਕੁਝ ਸਮਝਦੀ ਹੈ, ਬਾਕੀ ਸੰਸਾਰ ਨਾਲ ਕੋਈ ਲੈਣ ਦੇਣ ਨਹੀਂ। ਉਸ ਪਤੀਵਰਤਾ ਪਤਨੀ ਦਾ ਜੇ ਪਤੀ ਚਲਾ ਜਾਵੇ, ਉਹਦੀਆਂ ਅੱਖਾਂ ਤੋਂ ਓਹਲੇ ਹੋ ਜਾਵੇ, ਤੇ ਉਹ ਜਿਵੇਂ ਦੁਖੀ ਹੁੰਦੀ ਹੈ, ਏਦਾਂ ਗੁਰੂ ਕੀਆਂ ਸੰਗਤਾਂ ਬੈਰਾਗ ਕਰ ਰਹੀਆਂ ਨੇ। ਜਿਮ ਜਨ ਗ੍ਰਾਮ ਪੈਂਚ ਬਿਨ ਦੀਨਾ। ਜਿਵੇਂ ਕੋਈ ਪਿੰਡ ਦਾ ਚੌਧਰੀ ਚੜ੍ਹਾਈ ਕਰ ਜਾਵੇ, ਕੋਈ ਸਰਪੰਚ ਜਾਂ ਪੰਚ ਨਾ ਹੋਵੇ, ਕੋਈ ਪੰਚਾਇਤ ਨਾ ਹੋਵੇ, ਤੇ ਉਹ ਪਿੰਡ ਜਿਹੜਾ ਹੈ ਹੀਨਾ ਹੋ ਜਾਂਦਾ ਹੈ। ਗੁਰ ਬਿਨ ਸੰਗਤ ਤਥਾ ਮਲੀਨਾ। ਏਦਾਂ ਗੁਰੂ ਤੋਂ ਬਿਨਾਂ ਸੰਗਤ ਬੜੀ ਦੁਖੀ ਹੈ। ਸਰਬ ਜਾਮਨੀ ਸੋਚਿਤ ਬੀਤੀ। ਸਾਰੀ ਰਾਤ ਸੋਚਦਿਆਂ ਹੀ ਬੀਤ ਗਈ। ਸਿੱਖਾਂ ਨੂੰ ਨੀਂਦ ਨਹੀਂ ਆਈ। ਘਰਾਂ ਵਿੱਚ ਵੀ ਜਿਹੜੇ ਬੈਠੇ ਨੇ ਉਹਨਾਂ ਨੂੰ ਵੀ ਨੀਂਦ ਨਹੀਂ ਆਈ। ਜਿਹੜੇ ਧਰਮਸ਼ਾਲਾਵਾਂ ਵਿੱਚ ਬੈਠੇ ਨੇ ਉਹਨਾਂ ਨੂੰ ਵੀ। ਧਰਮਸ਼ਾਲਾ ਵਾਲੇ ਵੀ ਸਾਰੀ ਰਾਤ ਭਜਨ ਕੀਰਤਨ ਹੀ ਕਰਦੇ ਰਹੇ, ਤੇ ਗੁਰੂ ਸਾਹਿਬ ਦੀ ਯਾਦ ਮਨ ਚੋਂ
ਵਿਸਰਦੀ ਨਹੀਂ। ਚਿਤ ਵਤ ਸ੍ਰੀ ਅਰਜਨ ਪਦ ਪ੍ਰੀਤੀ। ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਦੀ ਪ੍ਰੀਤੀ ਜਿਨ੍ਹਾਂ ਦੇ ਮਨ 'ਚ ਵਸੀ ਹੋਈ ਹੈ, ਉਹ ਧੰਨ ਗੁਰੂ ਅਰਜਨ ਦੇਵ ਜੀ, ਧੰਨ ਗੁਰੂ ਅਰਜਨ ਦੇਵ ਜੀ, ਧੰਨ ਗੁਰੂ ਅਰਜਨ ਦੇਵ ਹੀ ਜਪਦੇ ਰਹੇ ਹਨ। ਅਸ਼ਟ ਜਾਮ ਜੇ ਦਰਸਤ ਰਹਾ। ਉਹ ਸਿੱਖ ਜਿਹੜੇ ਕਦੀ ਗੁਰੂ ਦੇ ਦਰਸ਼ਨਾਂ ਤੋਂ ਵਾਂਝੇ ਨਹੀਂ ਸੀ ਹੋਏ, ਜਿਹੜੇ ਅੱਠੇ ਪੈਰ ਵੇਖਦੇ ਹੀ ਰਹਿੰਦੇ ਸਨ ਗੁਰੂ ਸਾਹਿਬ ਦੇ ਚਿਹਰੇ ਵੱਲ, ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ, ਜਿਹੜੇ ਗੁਰੂ ਦੇ ਦਰਸ਼ਨ ਕਰ ਕਰਕੇ ਜਿਉਂਦੇ ਸਨ, ਅੱਜ ਉਹਨਾਂ ਨੂੰ ਗੁਰੂ ਦੇ ਦਰਸ਼ਨਾਂ ਤੋਂ ਬੜਾ ਵੱਡਾ ਘਾਟਾ ਪੈ ਗਿਆ ਵੀ ਹੁਣ ਦਰਸ਼ਨ ਨਹੀਂ ਹੋਣੇ ਸਰੀਰ ਕਰਕੇ। ਬਿਨਾ ਵਿਖੇ ਸ਼ਾਂਤੀ ਕਿਉ ਲਹਾ। ਉਹਨਾਂ ਨੂੰ ਅੱਜ ਬਿਨਾਂ ਵੇਖਿਆ ਗੁਰੂ ਦੇ ਦਰਸ਼ਨ ਕੀਤੇ ਤੋਂ ਬਿਨਾਂ ਸ਼ਾਂਤੀ ਕਿਵੇਂ ਆ ਸਕਦੀ ਹੈ? ਨਹੀਂ ਆਉਂਦੀ। ਮਨ ਬੇਚੈਨ ਹੈ, ਇੱਕ ਘੜੀ ਨਾ ਮਿਲਤੇ ਤਾਂ ਕਾਲਜੁਗ ਹੋਤਾ। ਹੁਣ ਕਦ ਮਿਲੀ ਹੈ ਤੁਧ ਭਗਵੰਤਾ, ਮੋਹਿ ਰਹਿਣ ਨਾ ਵਿਹਾਵੈ, ਨੀਂਦ ਨਾ ਆਵੇ, ਬਿਨ ਦੇਖੇ ਗੁਰ ਦਰਬਾਰੇ ਜੀਓ। ਉਹ ਗੁਰੂ ਕੇ ਸਿੱਖ ਬੜੇ ਹੀ ਬੇਚੈਨ ਹਨ। ਸਾਰੀ ਰਾਤ ਬੈਠਿਆ ਹੀ ਲੰਘ ਗਈ ਹੈ। ਨੀਠ ਨੀਠ ਅਗਲੋਕ ਪ੍ਰਭਾਤ। ਮਸੀ ਮਸੀ ਰਾਤ ਤਾਰੇ ਗਿਣ ਗਿਣ ਕੇ ਕੱਢੀ ਹੈ, ਤੇ ਜਦੋਂ ਸਵੇਰ ਹੋਈ ਹੈ, ਸ਼ੋਕ ਅਧਿਕ ਤੇ ਬਿਤ ਹੈ ਨਾ ਰਾਤ। ਕਿਉਂਕਿ ਸ਼ੋਕ ਬੜਾ ਸੀ, ਦੁੱਖ ਬੜਾ ਸੀ। ਦੁੱਖ ਦੀ ਘੜੀ ਸਾਧ ਸੰਗਤ ਜੀ ਛੇਤੀ ਨਹੀਂ ਬੀਤਦੀ। ਸੁੱਖ ਦੇ ਸਾਲਾਂ ਦੇ ਸਾਲ ਲੰਘ ਜਾਂਦੇ। ਸਾਡੀ ਜ਼ਿੰਦਗੀ 'ਚ ਸੁੱਖ ਵੀ ਬੜਾ ਆਉਂਦਾ, ਪਰ ਸੁੱਖ ਦੀਆਂ ਘੜੀਆਂ ਛੇਤੀ ਗੁਜ਼ਰ ਜਾਂਦੀਆਂ ਤੇ ਦੁੱਖ ਦੀਆਂ ਘੜੀਆਂ ਲੰਮੀਆਂ ਹੋ ਜਾਂਦੀਆਂ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਨਾਲ ਵਲੂੰਦਰੇ ਹੋਏ ਹਿਰਦੇ ਸਾਰੀ ਰਾਤ ਤੜਫਦੇ ਰਹੇ। ਮਨ ਨੂੰ ਚੈਨ ਨਹੀਂ ਆਇਆ ਤੇ ਮਸੀ ਮਸੀ ਸਵੇਰਾ ਹੋਇਆ। ਰਾਵੀ ਮਹਿ ਕਰਕੇ ਇਸ਼ਨਾਨ। ਫਿਰ ਸਿੱਖਾਂ ਨੇ ਰਾਵੀ ਦਰਿਆ 'ਚ ਇਸ਼ਨਾਨ ਕੀਤਾ। ਨਮੋ ਕਰੀ ਸਤਿਗੁਰ ਕੇ ਥਾਨ। ਤੇ ਗੁਰੂ ਸਾਹਿਬ ਜੀ ਦਾ ਜਿੱਥੇ ਅਸਥਾਨ ਅੱਜ ਕੱਲ ਗੁਰਦੁਆਰਾ ਡੇਰਾ ਸਾਹਿਬ, ਉੱਥੇ ਨਮਸਕਾਰ ਕੀਤੀ ਹੈ। ਸੁਦਾ ਸਰੋਵਰ ਦਿਸ਼ਾ ਸਿਧਾਰੇ। ਤੇ ਫਿਰ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਚਾਲੇ ਪਾ ਦਿੱਤੇ। ਮਨੋ ਕਰਤ ਰਣਹਾਰ ਪਧਾਰੇ। ਇੰਨੀ ਮਨੋ ਦਸ਼ਾ ਸਿੱਖਾਂ ਦੀ ਉਸ ਵੇਲੇ ਹੋਈ ਪਈ ਸੀ ਜਿਵੇਂ ਕੋਈ ਜੰਗ ਦੇ ਵਿੱਚ ਹਾਰੀ ਹੋਈ ਫੌਜ ਮੁਰਝਾਈ ਹੁੰਦੀ। ਕੋਈ ਜੰਗ ਚੋਂ ਹਾਰ ਕੇ ਆਉਂਦੇ ਨਾ ਸਿਪਾਹੀ ਠੱਠੇ ਮਨ ਦੇ ਨਾਲ, ਤੇ ਅੱਜ ਗੁਰੂ ਕੇ ਸਿੱਖਾਂ ਦਾ ਐਸਾ ਹਾਲ ਸੀਗਾ। ਬਹੁਤ ਵੱਡੀ ਜੰਗ ਹਾਰ ਗਏ। ਕਿਉਂ? ਜਿਨ੍ਹਾਂ ਸਤਿਗੁਰਾਂ ਤੋਂ ਬਿਨਾਂ ਇੱਕ ਘੜੀ ਨਹੀਂ ਸੀ ਜੀਂਦੇ, ਉਹਨਾਂ ਸਤਿਗੁਰਾਂ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਹੁੰਦਾ ਵੇਖ ਲਿਆ ਤਾਂ ਉਹਨਾਂ ਸਿੱਖਾਂ ਦੇ ਮਨ ਤੇ ਕੀ ਬੀਤ ਰਹੀ ਸੀ। ਕਵੀਰਾਜ ਭਾਈ ਸੰਤੋਖ ਸਿੰਘ ਜੀ ਕਰੁਣਾ ਰਸ ਦਾ ਵਰਣਨ ਕਰ ਰਹੇ ਹੈ। ਸਾਧ ਸੰਗਤ ਜੀ, ਕਵੀ ਉਹ ਹੁੰਦਾ ਜਿਹੜਾ 9 ਰਸ ਪੂਰੇ ਨਿਭਾ ਦੇਵੇ। ਜਿਹਦੀ ਰਸਨਾ ਦੇ ਉੱਤੇ ਕਵਿਤਾ ਦੇ ਵਿੱਚ 9 ਰਸ ਪੂਰੇ ਨਹੀਂ ਨਾ ਹੁੰਦੇ, ਉਹ ਕਵੀ ਪੂਰਾ ਨਹੀਂ ਹੁੰਦਾ। ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਦੀ ਰਚਨਾ ਦੀ ਕਮਾਲ ਹੈ ਵੀ ਉਹਨਾਂ ਨੇ 9 ਦੇ 9 ਰਸ ਨਿਭਾਏ ਹੋਏ ਆ। ਤੇ ਸਾਡੇ ਵਿੱਚ ਅੱਜ ਕੱਲ ਇਹ ਹੈ ਵੀ ਅਸੀਂ ਆਪਣੇ ਹੀ ਰਸ ਮੰਨਦੇ ਹਾਂ ਜਿਹੜਾ ਸਾਨੂੰ ਚੰਗਾ ਲੱਗੇ, ਤੇ ਜਿਹੜਾ ਰਸ ਸਾਡੀ ਸਮਝ ਨਾ ਆਵੇ ਅਸੀਂ ਕਹਿੰਦੇ ਇਹ ਕਥਾ ਹੀ ਨਹੀਂ ਕਰਨੀ ਚਾਹੀਦੀ। ਖਾਲਸਾ ਜੀ, ਸਾਰਾ ਕੁਝ ਸਾਡੇ ਮਨ ਵਿੱਚ ਹੈ। ਅਕਾਲ ਪੁਰਖ ਵੀ ਸਾਡੇ ਅੰਦਰ ਬੈਠਾ ਹੋਇਆ ਹੈ, ਤੇ ਅਕਾਲ ਪੁਰਖ ਦੇ ਦਰਬਾਰ ਵਿੱਚ ਮਨ ਤੇ ਬੁੱਧੀ ਪਹਿਰਾ ਦੇ ਰਹੇ ਨੇ, ਡਿਊਟੀ ਨਿਭਾ ਰਹੇ ਨੇ। ਤੇ ਉਹਨਾਂ ਦੇ ਅੰਦਰ 9 ਰਸ ਨੇ। ਉਹ ਮਨ ਦੀ ਅਵਸਥਾ ਨੇ। ਕਦੀ ਕਰੁਣਾ ਰਸ ਆਉਂਦਾ ਹੈ, ਕਦੀ ਵੀਰ ਰਸ ਆਉਂਦਾ ਹੈ, ਕਦੀ ਸ਼ਾਂਤ ਰਸ ਆਉਂਦਾ ਹੈ, ਕਦੀ ਭਿਆਨਕ ਰਸ ਆਉਂਦਾ ਹੈ, ਕਦੀ ਵਿਪਤਸ ਰਸ ਆਉਂਦਾ ਹੈ, ਕਦੀ ਰੋਦਰ ਰਸ ਆਉਂਦਾ ਹੈ, ਕਦੀ ਸ਼ਿੰਗਾਰ ਰਸ ਦਾ ਵੀ ਭਾਵ ਮਨ 'ਚ ਪ੍ਰਗਟ ਹੁੰਦਾ ਹੈ। ਤੇ ਹੁਣ ਕਵੀ ਜੀ ਕਰੁਣਾ ਰਸ ਦਾ ਵਰਣਨ ਕਰ ਰਹੇ ਹੈ। ਕਿੰਨਾ ਕੁ ਮਨ ਸਿੱਖਾਂ ਦਾ ਦਰਵਿਆ ਹੋਇਆ ਸੀ, ਇਹ ਤੁਸੀਂ ਸਾਰੇ ਸੁਣ ਕੇ ਵੀ ਮਹਿਸੂਸ ਕਰ ਰਹੇ ਹੋ ਵੀ ਕੀ ਹਾਲ ਹੋਵੇਗੀ ਜਦੋਂ ਪੰਚਮ ਪਾਤਸ਼ਾਹ ਦੇ ਨਾਲ ਜਾਣ ਵਾਲੇ ਸਿੱਖ, ਜਿਹੜੇ ਗੁਰੂ ਸਾਹਿਬ ਤੋਂ ਬਿਨਾਂ ਇੱਕ ਘੜੀ ਵੀ ਨਹੀਂ ਸੀ ਰਹਿੰਦੇ, ਦਿਨ ਰਾਤ ਗੁਰੂ ਦੇ ਕੋਲ ਰਹਿੰਦੇ ਸਨ, ਵੱਡੇ ਵੱਡੇ ਘਰਾਂ ਦੇ ਮਾਲਕ ਸਨ। ਭਾਈ ਲਗਾ ਤਾਂ 84 ਪਿੰਡਾਂ ਦਾ ਮਾਲਕ ਸੀਗਾ, ਬੜਾ ਤਗੜਾ ਜ਼ਿਮੀਂਦਾਰ ਸੀ। ਕਹਿੰਦੇ ਨੇ ਇੱਕ ਵਾਰੀ ਇਹਨਾਂ ਨੂੰ ਵੀ ਮਹਾਰਾਜ ਨੇ ਪ੍ਰੀਖਿਆ 'ਚ ਪਾ ਦਿੱਤਾ ਸੀ। ਕਹਿੰਦੇ ਇੱਕ ਪਠਾਨ
ਅਫਗਾਨਿਸਤਾਨ ਵੱਲੋਂ ਘੋੜੇ ਵੇਚਣ ਆਉਂਦਾ ਸੀ ਤੇ ਉਹ ਘੋੜੇ ਵੇਚਣ ਵਾਲਾ ਪਠਾਨ ਗੁਰੂ ਪੰਜਮ ਪਾਤਸ਼ਾਹ ਦਾ ਪ੍ਰੇਮੀ ਬਣ ਗਿਆ। ਆਇਆ ਕਰੇ, ਕਦੀ ਗੁਰੂ ਸਾਹਿਬ ਦੇ ਕੋਲ ਮਹੀਨਾ ਰਹਿ ਜਾ ਕਰੇ, ਕਦੀ 10 ਦਿਨ, ਕਦੀ 2-4 ਦਿਨ, ਨਾਲੇ ਆਪਣੇ ਘੋੜੇ ਵੇਚ ਜਾਇਆ ਕਰੇ ਤੇ ਨਾਲੇ ਗੁਰੂ ਸਾਹਿਬ ਦੀ ਸੰਗਤ ਕਰਿਆ ਕਰੇ। ਤੇ ਫਿਰ ਉਹਨੇ ਇੱਕ ਵਾਰੀ ਮਹਾਰਾਜ ਨੂੰ ਬੇਨਤੀ ਕਰਤੀ, ਸੱਚੇ ਪਾਤਸ਼ਾਹ ਜੀ, ਤੁਹਾਡੇ ਚੌਧਰੀ ਲੰਗਾਹ ਕੋਲ ਬੜੀ ਜ਼ਮੀਨ ਹੈ, 84 ਪਿੰਡਾਂ ਦਾ ਮਾਲਕ ਹੈ, ਇਹਨੂੰ ਕਹੋ 10-20 ਕਿੱਲੇ ਜ਼ਮੀਨ ਮੈਨੂੰ ਦੇ ਦੇਵੇ, ਮੈਂ ਘੋੜੇ ਬੰਨਣੇ ਹੁੰਦੇ ਆ ਤੇ ਜਦੋਂ ਮੈਂ ਚਲਾ ਜਾ ਕਰਾਂਗਾ ਜ਼ਮੀਨ ਤਾਂ ਇਹਨਾਂ ਦੀ ਹੈ, ਸਿਰਫ ਘੋੜੇ ਬੰਨਣ ਵਾਸਤੇ ਮੈਂ 15-20 ਦਿਨ, ਮਹੀਨਾ, ਜਿੰਨਾ ਚਿਰ ਪੰਜਾਬ 'ਚ ਰਹਿਣਾ ਉਹਨਾਂ ਚਿਰ ਮੈਨੂੰ ਘੋੜੇ ਬੰਨਣ ਨੂੰ ਥਾਂ ਦੇ ਦੇਵੇ। ਪੰਚਮ ਪਾਤਸ਼ਾਹ ਚੌਧਰੀ ਲੰਗਾਹ ਨੂੰ ਕਹਿੰਦੇ ਇਹਨੂੰ 10 ਕਿੱਲੇ ਜ਼ਮੀਨ ਦੇ ਦੇ। ਤੇ ਚੌਧਰੀ ਲੰਗਾਹ ਉਸ ਵੇਲੇ ਸਾਧ ਸੰਗਤ ਜੀ ਭਰਮ 'ਚ ਪੈ ਗਿਆ, ਕਹਿਣ ਲੱਗਾ ਮਹਾਰਾਜ ਜੱਟ ਕੋਲੋਂ ਜ਼ਮੀਨ ਦੇਣੀ ਬੜੀ ਔਖੀ ਹੈ, ਕਹਿੰਦਾ ਮੈਂ ਜ਼ਮੀਨ ਨਹੀਂ ਦੇ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕਰਤਾ, ਕਹਿੰਦੇ ਜਿਹੜੀ ਜ਼ਮੀਨ ਦੇ ਮੋਹ 'ਚ ਪਏ ਹੋਏ ਹੋ ਨਾ, ਤੁਹਾਨੂੰ ਭਾਈ ਸਾਹਿਬ ਜੀ ਉਹਦੇ ਤੇ ਸੰਸਕਾਰ ਨਹੀਂ ਹੋਣਾ, ਤੁਹਾਡਾ ਸੰਸਕਾਰ ਉਸ ਜ਼ਮੀਨ ਤੇ ਨਹੀਂ ਹੋਣਾ। ਐਸਾ ਹੀ ਭਾਣਾ ਵਰਤਿਆ ਬਾਅਦ ਵਿੱਚ ਕਿ ਭਾਈ ਲੰਗਾਹ ਜੀ ਜਦੋਂ ਬਹੁਤ ਬਿਰਧ ਹੋ ਗਏ ਨਾ ਤੇ ਮਸਤਾਨੇ ਹੋ ਗਏ, ਆਪਣਾ ਇਲਾਕਾ ਝਬਾਲ ਦਾ ਇਲਾਕਾ ਛੱਡ ਕੇ ਤੇ ਸ੍ਰੀ ਹਰਗੋਬਿੰਦਪੁਰੇ ਵਾਲੇ ਪਾਸੇ ਆ ਗਏ, ਕਿਉਂਕਿ ਇਧਰ ਮਹਾਰਾਜ 6ਵੇਂ ਪਾਤਸ਼ਾਹ ਇੱਧਰ ਰਹਿੰਦੇ ਸਨ। ਇੱਥੇ ਮਹਾਰਾਜ ਤਾਂ ਇੱਥੋਂ ਚਲੇ ਗਏ ਸ੍ਰੀ ਹਰਗੋਬਿੰਦਪੁਰੇ ਤੋਂ, ਪਰ ਭਾਈ ਲੰਗਾਹ ਇੱਥੇ ਹੀ ਮਸਤਾਨਾ ਦਰਿਆ ਦੇ ਕੰਢੇ ਤੇ ਹੋਇਆ ਘੁੰਮਦਾ ਰਿਹਾ। ਇੱਥੇ ਹੀ ਕਿਸੇ ਪਿੰਡ ਵਿੱਚ ਸਰੀਰ ਸ਼ਾਂਤ ਹੋ ਗਿਆ। ਜਦੋਂ ਉੱਥੇ ਸਰੀਰ ਸ਼ਾਂਤ ਹੋਇਆ ਤੇ ਉਦੋਂ ਇੱਕ ਰਿਵਾਜ ਸੀ ਵੀ ਜਿਹੜੇ ਪਿੰਡ ਕਿਸੇ ਬਾਬੇ ਦਾ ਸੰਸਕਾਰ ਹੋ ਜਾਏ, ਕਿਸੇ ਬਜ਼ੁਰਗ ਦਾ, ਉਸ ਪਿੰਡ ਦੀ ਜ਼ਮੀਨ ਤੇ ਉਹਦੇ ਬੱਚੇ ਆ ਕੇ ਹੱਕ ਮੰਗ ਲੈਂਦੇ ਸੀ ਵੀ ਇਹ ਸਾਡਾ ਬਾਪੂ ਇੱਥੇ ਸੰਸਕਾਰ ਹੈ, ਸਾਨੂੰ ਇਹਦੇ ਚੋਂ ਹਿੱਸਾ ਦਿਓ। ਉਹ ਪਿੰਡ ਵਾਲੀ ਪੰਚਾਇਤ ਡਰ ਗਈ ਵੀ ਜੇ ਚੌਧਰੀ ਦਾ ਸੰਸਕਾਰ ਇੱਥੇ ਕੀਤਾ, ਇਹ ਤਾਂ ਵੱਡੇ ਬੰਦੇ ਨੇ, ਇਹਦੇ ਬੱਚਿਆਂ ਨੇ ਆ ਕੇ ਸਾਡੇ ਪਿੰਡੋਂ ਜ਼ਮੀਨ ਮੰਗਣੀ ਹੈ। ਉਹ ਚੁੱਕ ਕੇ ਦੂਜੇ ਪਿੰਡ ਸਰੀਰ ਛੱਡ ਆਏ। ਕਹਿੰਦੇ ਉਹਨਾਂ ਨੇ ਵੀ ਸੋਚਿਆ ਵੀ ਜੇ ਚੌਧਰੀ ਲੰਗਾਹ ਦਾ ਸੰਸਕਾਰ ਇੱਥੇ ਕਰਤਾ ਤੇ ਇੱਥੇ ਆ ਕੇ ਉਹਦੇ ਬੱਚੇ ਜ਼ਮੀਨ ਮੰਗਣਗੇ, ਉਹ ਚੁੱਕ ਕੇ ਤੀਜੇ ਪਿੰਡ ਛੱਡ ਆਏ। ਅਖੀਰ ਉਹੀ ਗੱਲ, ਜਲ ਪ੍ਰਵਾਹ ਕਰਨਾ ਪਿਆ, ਸਰੀਰ ਸੰਸਕਾਰ ਨਹੀਂ ਹੋਇਆ। ਤਾਂ ਗੁਰੂ ਅਰਜਨ ਦੇਵ ਜੀ ਦੇ ਨਾਲ ਰਹਿੰਦਾ ਸੀ ਚੌਧਰੀ ਲੰਗਾਹ, ਪਰ ਇਹ ਇੱਕ ਵੱਖਰੀ ਗੱਲ ਹੈ, ਜਿਹੜੀ ਉਹਦੇ ਅੰਦਰ ਦੀ ਅਵਸਥਾ ਸੀ, ਜਿਹੜਾ ਗੁਰੂ ਨਾਲ ਪ੍ਰੇਮ ਸੀ, ਜਿਹੜੀ ਉਹਦੇ ਅੰਦਰ ਦੀ ਖੇਡ ਸੀ, ਉਹ ਬੜੀ ਉੱਚੀ ਸੀ। ਤਾਂ ਹੀ ਗੁਰੂ ਸਾਹਿਬ ਦੇ ਨਿਕਟਵਰਤੀ ਸਨ। ਤਾਂ ਭਾਈ ਲੰਗਾਹ, ਭਾਈ ਜੇਠਾ, ਭਾਈ ਪੈੜਾ, ਭਾਈ ਪ੍ਰਾਣਾ, ਭਾਈ ਵਿਧੀ ਚੰਦ, ਇਹ ਕੋਈ ਛੋਟੀ ਅਵਸਥਾ ਵਾਲੇ ਸਿੱਖ ਨਹੀਂ। 8 ਪਹਿਰ ਗੁਰੂ ਦੇ ਦਰਸ਼ਨ ਕਰਨੇ, 8 ਪਹਿਰ ਗੁਰੂ ਦੀ ਬਾਣੀ ਨਾਲ ਜੁੜੇ ਰਹਿਣਾ, ਸਤਿਗੁਰਾਂ ਦੀ ਸੇਵਾ ਵਿੱਚ ਹੀ ਰਹਿਣਾ, ਜੀਵਨ ਸਫਲਾ ਕੀਤਾ ਇਹਨਾਂ ਮਹਾਂਪੁਰਸ਼ਾਂ ਨੇ। ਅੱਜ ਗੁਰੂ ਦਾ ਵਿਛੋੜਾ ਪੈ ਗਿਆ। ਗੁਰੂ ਅਰਜਨ ਦੇਵ ਦੀ ਸ਼ਹਾਦਤ ਨੇ ਮਨ ਮੁਰਝਾ ਦਿੱਤੇ ਹਨ ਤੇ ਬੜੇ ਦੀਨ ਮਨੇ ਹੋਏ ਸ੍ਰੀ ਅੰਮ੍ਰਿਤਸਰ ਵੱਲ ਆ ਰਹੇ ਹਨ। ਸਭ ਪੂੰਜੀ ਜਨ ਬਨਕ ਗਵਾਈ, ਏਦਾਂ ਲੱਗਦਾ ਕਿਸੇ ਵੱਡੇ ਸ਼ਾਹੂਕਾਰ ਦੀ, ਕਿਸੇ ਵਪਾਰੀ ਦੀ ਸਾਰੀ ਪੂੰਜੀ ਲੁੱਟੀ ਗਈ ਹੋਵੇ, ਸਾਰਾ ਕੁਝ ਹੀ ਲੁੱਟਿਆ ਗਿਆ ਹੋਵੇ, ਕੱਖ ਵੀ ਨਾ ਬਚਿਆ ਹੋਵੇ। ਗੁਰੂ ਕੇ ਸਿੱਖਾਂ ਦੀ ਐਸੀ ਹਾਲਤ ਹੈ। ਕਹਿ ਬਨ ਮੈਂ ਸਭ ਵਸਤ ਲੁਟਾਈ, ਜਾਂ ਜੰਗਲ ਵਿੱਚ ਸਾਰਾ ਕੁਝ ਗੁੰਮ ਗਿਆ ਹੋਵੇ ਜਾਂ ਲੁੱਟਿਆ ਗਿਆ ਹੋਵੇ। ਹਿਰਦੇ ਵਿਚਾਰਤ ਮਾਤਾ ਪਾਸ, ਮਨ ਵਿੱਚ ਸੋਚਦੇ ਹੋਏ ਵੀ ਮਾਤਾ ਜੀ ਦੇ ਕੋਲ ਜਾ ਕੇ ਕੀ ਕਹਿਣਾ ਹੈ। ਕਰਹਿ ਸੂਲ ਸਮਬਾਕ ਪ੍ਰਕਾਸ਼, ਜਦੋਂ ਮਹਾਰਾਜ ਤੇ ਮਹਿਲ ਮਾਤਾ ਗੰਗਾ ਜੀ ਦੇ ਕੋਲ ਜਾਵਾਂਗੇ ਤੇ ਆਹ ਸੂਲ ਤੋਂ ਵੀ ਜ਼ਿਆਦਾ ਦੁੱਖ ਦੇਣ ਵਾਲੀ ਗੱਲ ਕਿਵੇਂ ਸੁਣਾਵਾਂਗੇ। ਮਾਤਾ ਨੂੰ ਕੀ ਦੱਸਾਂਗੇ ਕਿ ਮਹਾਰਾਜ ਪਾਤਸ਼ਾਹ ਜੀ ਕਿਉਂ ਨਹੀਂ ਆਏ ਲਾਹੌਰ ਤੋਂ। ਮਾਤਾ ਨੇ ਵੀ ਪੁੱਛਣਾ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪੁੱਛਣਾ ਤੇ ਅੰਮ੍ਰਿਤਸਰ ਦੀਆਂ ਹਜ਼ਾਰਾਂ ਸੰਗਤਾਂ ਨੇ ਪੁੱਛਣਾ। ਅਸੀਂ ਕਿਹੜੇ ਮੂੰਹ ਨਾਲ ਮਹਾਰਾਜ ਦੀ ਸ਼ਹਾਦਤ ਦੀ ਖਬਰ ਸੁਣਾਵਾਂਗੇ।
जिसको सुनत ग्रह बिकुलाए। ਜਿਹਨੂੰ ਸੁਣ ਕੇ ਮਾਤਾ ਵਿਆਕੁਲ ਹੋ ਜਾਏਗੀ, ਜਿਹਨੂੰ ਸੁਣ ਕੇ ਸੰਗਤਾਂ ਬੇਬਲ ਹੋ ਜਾਣਗੀਆਂ, ਜਿਹਨੂੰ ਸੁਣ ਕੇ ਸੰਗਤਾਂ ਦੇ ਹਿਰਦੇ ਪਾਟ ਜਾਣਗੇ, ਕਾਲਜੇ ਪਾਟ ਜਾਣਗੇ, ਐਸੀ ਦੁੱਖ ਭਰੀ ਖਬਰ ਸਤਿਗੁਰੂ ਪੰਚਮ ਪਾਤਸ਼ਾਹ ਜੀ ਮਹਾਰਾਜ ਦੇ ਵਿਛੋੜੇ ਦੀ ਖਬਰ ਕਿਵੇਂ ਸੁਣਾਵਾਂਗੇ। ਤਿਕ ਬੋਲਨ ਹਮਰੋ ਤਿਸ ਪਾਏ। ਮਨ 'ਚ ਸੋਚਦੇ ਜਾ ਰਹੇ ਨੇ, ਸਾਡਾ ਉਹ ਬੋਲਣਾ ਕਿੰਨਾ ਹੀ ਮਾੜਾ ਹੋਵੇਗਾ। ਤ੍ਰਿਗਾਕਾਰ ਐਸੇ ਬੋਲੇ ਨੇ ਜਿਹੜਾ ਅਸੀਂ ਬੋਲਣਾ ਹੈ। ਕੀ ਬੋਲਾਂਗੇ ਅਸੀਂ? ਇਹ ਕਵਾਂਗੇ ਵੀ ਸਤਿਗੁਰੂ ਜੀ ਨੂੰ ਅਸੀਂ ਆਪਣੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਹੁੰਦਾ ਵੇਖ ਕੇ ਆਏ ਹਾਂ, ਅਸੀਂ ਮਰ ਨਾ ਗਏ। ਗੁਰੂ ਸਾਹਿਬ ਤੋਂ ਪਹਿਲਾਂ ਅਸੀਂ ਕਿਉਂ ਨਾ ਸ਼ਹੀਦ ਹੋ ਗਏ, ਕਿਉਂ ਨਾ ਸਾਡੀ ਜਾਨ ਚਲੀ ਗਈ। ਹਰਿ ਗੋਬਿੰਦ ਬਾਲ ਤਨ ਬੈਸਾ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬਾਲ ਅਵਸਥਾ 'ਚ ਨੇ, 11 ਸਾਲ ਦੇ ਨੇ। ਉਹਨਾਂ ਨੂੰ ਛੋਟੀ ਜੀ ਉਮਰ ਦੇ ਵਿੱਚ ਉਹਨਾਂ ਦੇ ਪਿਤਾ ਦੀ ਖਬਰ ਕਿਵੇਂ ਦੱਸਾਂਗੇ। ਹਮ ਤੇ ਸੁਨਹਿ ਬਾਤ ਜਬ ਐਸਾ। ਜਦੋਂ ਮਹਾਰਾਜ ਛੇਵੇਂ ਪਾਤਸ਼ਾਹ ਸਾਡੇ ਕੋਲੋਂ ਆਪਣੇ ਪਿਤਾ ਦੀ ਸ਼ਹੀਦੀ ਸੁਣਨਗੇ, ਜਦੋਂ ਇਹ ਉਹਨਾਂ ਦਾ ਵਿਛੋੜਾ ਸੁਣਨਗੇ, ਦੁਖੀ ਹੋਏ ਬਹੁ ਰੁਦਤ ਪੁਕਾਰ। ਬੜੇ ਦੁਖੀ ਹੋਣਗੇ, ਕਿਉਂਕਿ ਪੁੱਤਰ ਦਾ ਦਿਲ ਤੇ ਪਿਓ, ਇਹ ਤਾਂ ਇੱਕ ਐਸਾ ਰਿਸ਼ਤਾ ਹੈ ਮਾਂ ਪਿਓ ਦਾ, ਸੰਸਾਰ ਤੇ ਕਿਤੋਂ ਨਹੀਂ ਮਿਲਦਾ। ਹੋਰ ਸਾਰੇ ਰਿਸ਼ਤੇ ਮਿਲ ਜਾਂਦੇ ਆ, ਮਾਂ ਪਿਓ ਨਹੀਂ ਮਿਲਦੇ। ਤੇ ਇਹ ਹੁਣ ਵੱਡਾ ਦੁੱਖ, ਵੱਡੀ ਪੀੜਾ, ਵੱਡਾ ਦਰਦ ਗੁਰੂ ਹਰਗੋਬਿੰਦ ਸਾਹਿਬ ਨੂੰ ਅਸੀਂ ਦਿਆਂਗੇ ਜਾ ਕੇ। ਹਾਂਜੀ, ਕਹਾਂ ਤਜੇ ਪਿਤ ਗੁਰੂ ਉਚਾਰ। ਜਦੋਂ ਮਹਾਰਾਜ ਪੁੱਛਣਗੇ, ਗੁਰੂ ਹਰਗੋਬਿੰਦ ਸਾਹਿਬ ਪੁੱਛਣਗੇ ਵੀ ਸਤਿਗੁਰਾਂ ਨੂੰ ਕਿੱਥੇ ਛੱਡ ਕੇ ਆਏ ਹੋ, ਵੱਡੇ ਸਾਹਿਬ ਕਿਉਂ ਨਹੀਂ ਆਏ, ਤੇ ਉਹ ਫਿਰ ਗੱਲ ਅਸੀਂ ਕਿਹੜੇ ਮੂੰਹ ਨਾਲ ਦੱਸਾਂਗੇ। ਕਿਆ ਹਮ ਕਹਾ ਜੀਤ ਚਲ ਆਏ। ਕੀ ਕਵਾਂਗੇ ਅਸੀਂ? ਇਹ ਕਵਾਂਗੇ ਵੀ ਅਸੀਂ ਜਿਉਂਦੇ ਆ ਗਏ। ਅਸੀਂ ਸਤਿਗੁਰਾਂ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਹੁੰਦਿਆਂ ਵੇਖ ਕੇ ਤੇ ਆਪ ਜਿਉਂਦੇ ਜਾਗਦੇ ਮੁੜ ਆਏ, ਇਹ ਦੱਸਾਂਗੇ। ਦਸ਼ਾ ਦੇਖ ਅਸ ਦੁਖ ਨਹਿ ਪਾਏ। ਐਸੀ ਦਸ਼ਾ ਵੇਖ ਕੇ ਕੌਣ ਨਹੀਂ ਦੁਖੀ ਹੋਵੇਗਾ, ਕਿਹਦਾ ਕਾਲਜਾ ਨਹੀਂ ਫਟੇਗਾ, ਕਿਹਦੀਆਂ ਅੱਖਾਂ 'ਚ ਹੰਝੂ ਨਹੀਂ ਆਉਣਗੇ, ਕਿਹਦਾ ਗੱਚ ਨਹੀਂ ਭਰੇਗਾ। ਜਿਹੜਾ ਇਹ ਖਬਰ ਸੁਣੇਗਾ ਉਹਦੇ ਵਾਸਤੇ ਤਾਂ ਪਰਲੋ ਆ ਜਾਏਗੀ। ਅਸੀਂ ਕਿਹੜੇ ਮੂੰਹ ਨਾਲ ਸ੍ਰੀ ਅੰਮ੍ਰਿਤਸਰ ਜਾਵਾਂਗੇ। ਕਰਦਮ ਹਿਰਦਾ ਨ ਬਿਦਰਿਓ ਤਬ ਹੂੰ। ਹਾਂ, ਕਹਿੰਦੇ ਮਨ ਦੇ ਵਿੱਚ ਸੋਚਦੇ ਨੇ, ਕਹਿੰਦੇ ਉਸ ਵੇਲੇ ਸਾਡਾ ਜਿਹੜਾ ਹਿਰਦਾ ਸੀਗਾ, ਸਾਡਾ ਜਿਹੜਾ ਮਨ ਸੀ, ਉਹ ਪਾਟ ਕਿਉਂ ਨਾ ਗਿਆ। ਗੁਰੂ ਦਾ ਐਡਾ ਵੱਡਾ ਸਾਕਾ ਵੇਖ ਕੇ, ਗੁਰੂ ਦੀ ਐਡੀ ਵੱਡੀ ਸ਼ਹਾਦਤ ਵੇਖ ਕੇ ਚਿੱਕੜ ਵਰਗਾ ਸਾਡਾ ਹਿਰਦਾ, ਉਹ ਕਿਉਂ ਨਹੀਂ ਪਾਟਿਆ, ਕਿਉਂ ਨਹੀਂ ਸਾਡਾ ਕਾਲਜਾ ਫਟਿਆ। ਹਾਂਜੀ, ਜਲ ਗੁਰ ਪ੍ਰੀਤਮ ਵਿਛੜੇ ਜਬ ਹੂੰ। ਜਲ ਰੂਪੀ ਸਤਿਗੁਰੂ ਵਿਛੜ ਗਏ। ਜਿਵੇਂ ਜਲ ਵਿਛੜ ਜਾਂਦਾ ਤੇ ਪਿੱਛੇ ਚਿੱਕੜ ਰਹਿ ਜਾਂਦਾ। ਸਾਡਾ ਗੁਰੂ ਤੇ ਜਲ ਸੀਗਾ, ਅਸੀਂ ਚਿੱਕੜ ਹਾਂ। ਤੇ ਅਸੀਂ ਫਟ ਕਿਉਂ ਨਾ ਗਏ, ਅਸੀਂ ਮਰ ਕਿਉਂ ਨਾ ਗਏ। ਹਮ ਤੇ ਆਛੇ ਬਨ ਕੇ ਹਰਨ। ਸਿੱਖ ਸੋਚਦੇ ਨੇ, ਭਾਈ ਜੇਠਾ ਜੀ, ਭਾਈ ਬਿਧੀ ਚੰਦ ਜੀ, ਭਾਈ ਲੰਗਾਹ ਜੀ ਸੋਚਦੇ ਨੇ, ਓਏ ਸਾਡੇ ਨਾਲੋਂ ਤੇ ਜੰਗਲ ਦੇ ਹਿਰਨ ਚੰਗੇ ਨੇ, ਸਾਡੇ ਨਾਲੋਂ ਤਾਂ ਜੰਗਲ ਦੇ ਮਿਰਗ ਚੰਗੇ ਨੇ, ਜਾਨਵਰ ਚੰਗੇ ਨੇ। ਹਾਂਜੀ, ਸੁਨਤ ਨਾਦ ਕੋ ਗਿਨਹਿ ਨ ਮਰਨ। ਜਦੋਂ ਹਿਰਨ ਨੂੰ ਘੰਡੇ ਹੇੜੇ ਦੀ ਆਵਾਜ਼ ਸੁਣਾਈ ਦਿੰਦੀ ਹੈ ਤੇ ਉਹ ਪ੍ਰਵਾਹ ਨਹੀਂ ਕਰਦਾ, ਆਪਣੀ ਜਾਨ ਤੇ ਖੇਡ ਜਾਂਦਾ। ਸ਼ਿਕਾਰੀ ਨੇ ਜਾਲ ਵਿਛਾਏ ਹੁੰਦੇ ਨੇ, ਬੰਦੂਕਾਂ, ਤੀਰ ਸਭ ਤਿਆਰ ਕੀਤਾ ਹੁੰਦਾ ਸਮਾਨ। ਘੰਡਾ ਹੇੜਾ ਵੱਜਦਾ, ਹਿਰਨ ਦੀ ਪ੍ਰਵਾਹ ਕਰਦਾ, ਉਧਰ ਹੀ ਜਾਂਦਾ ਜਿੱਧਰੋਂ ਆਵਾਜ਼ ਆ ਰਹੀ ਹੁੰਦੀ ਹੈ। ਆਵਾਜ਼ ਸੁਣਦਾ ਸੁਣਦਾ ਆਪਣੀ ਜਾਨ ਤੇ ਖੇਡ ਜਾਂਦਾ। ਤੇ ਅਸੀਂ ਉਸ ਸਤਿਗੁਰੂ ਦੀ ਸ਼ਬਦ ਸੁਰਤ ਦੇ ਪਾਂਧੀ ਹੋ ਕੇ, ਜਿਹਦੀ ਬਾਣੀ ਸੁਣ ਕੇ ਅਸੀਂ ਜੀਂਦੇ ਸੀ, ਉਸ ਸਤਿਗੁਰੂ ਨੂੰ ਛੱਡ ਕੇ ਆ ਗਏ ਆ ਲਾਹੌਰ ਦੇ ਵਿੱਚ। ਤ੍ਰਿਗਦ ਜੋਨ ਕਿਆ ਕੀਟ ਪਤੰਗਾ। ਕਹਿੰਦੇ ਟੇਢੀਆਂ ਜੂਨਾਂ ਨੇ, ਕੀੜਾ ਪਤੰਗਾ, ਜਿਹੜਾ
ਲਾਟ ਦੇ ਉੱਤੇ ਸੜ ਕੇ ਮਰ ਜਾਂਦਾ, ਪਰਵਾਨਾ ਸ਼ਮਾ ਤੇ ਪ੍ਰਵਾਨ ਹੋ ਜਾਂਦਾ, ਆਪਾ ਵਾਰ ਦਿੰਦਾ ਹੈ। ਪ੍ਰੀਤਮ ਹਿਤ ਜਾਰਤ ਨਿਜ ਅੰਗਾ, ਆਪਣੇ ਪ੍ਰੀਤਮ ਲਈ ਆਪਣੇ ਅੰਗ ਸਾੜ ਲੈਂਦਾ, ਆਪਣੇ ਆਪ ਨੂੰ ਕੁਰਬਾਨ ਕਰ ਦਿੰਦਾ। ਉਹ ਪਤੰਗਾ ਸਾਥੋਂ ਚੰਗਾ ਹੈ। ਜਿਉ ਮਛਲੀ ਬਿਨ ਪਾਣੀਐ ਕਿਉਂ ਜੀਵਨ ਭਾਵੈ, ਬੂੰਦ ਬਿਹੂਣਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੈ। ਨਾਦ ਕੁਰੰਕ ਹੈ ਬੇਦਿਆ ਸਨਮੁਖ ਉਠ ਧਾਵੈ, ਭਵਰ ਲੋਭੀ ਕੁਸਮ ਬਾਸ ਕਾ ਮਿਲ ਆਪ ਬੰਧਾਵੈ। ਤਿਉ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਅਗਾਵੈ। ਗੁਰੂ ਸਾਹਿਬ ਦੇ ਨਾਲ ਅਸੀਂ ਇੰਨਾ ਪ੍ਰੇਮ ਵੀ ਨਹੀਂ ਕਰ ਸਕੇ ਜਿੰਨਾ ਹਿਰਨ ਕੰਡੇ ਹੇੜੇ ਨਾਲ ਕਰਦਾ ਹੈ, ਜਿੰਨਾ ਇੱਕ ਪਤੰਗਾ ਇੱਕ ਭੰਬਟ ਦੀਵੇ ਨਾਲ ਪ੍ਰੇਮ ਕਰਦਾ ਹੈ। ਅਸੀਂ ਇੰਨਾ ਵੀ ਗੁਰੂ ਨਾਲ ਪ੍ਰੇਮ ਨਹੀਂ ਕਰ ਸਕੇ। ਮੀਰ ਬਿਰਹਿ ਤੇ ਮੀਨ ਨਿਹਾਰੋ, ਕਹਿੰਦੇ ਗੁਰੂ ਦੇ ਵਿਛੋੜੇ ਵਿੱਚ ਸਿੱਖ ਇਉਂ ਤੜਫ ਰਹੇ ਸਨ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਤੜਫਦੀ ਹੈ। ਦੇਤ ਪ੍ਰਾਨ ਨਹਿ ਕਰਹਿ ਅਵਾਰੋ, ਕਹਿੰਦੇ ਸਾਥੋਂ ਤੇ ਮੱਛੀ ਵੀ ਚੰਗੀ ਹੈ ਜਿਹੜੀ ਪਾਣੀ ਤੋਂ ਨਿਕਲਦਿਆਂ ਸਾਰ ਮਰ ਜਾਂਦੀ ਹੈ। ਪਾਣੀ ਤੋਂ ਦੂਰ ਹੋਵੇ ਤੇ ਫਿਰ ਮੱਛੀ ਦਾ ਜੀਵਨ ਖਤਮ ਹੋ ਜਾਂਦਾ, ਤੇ ਅਸੀਂ ਸਤਿਗੁਰੂ ਪਾਤਸ਼ਾਹ ਤੋਂ ਦੂਰ ਹੋ ਕੇ ਜੀ ਰਹੇ ਹਾਂ। ਇਹ ਜੀਣਾ ਨਹੀਂ ਹੈ। ਭ੍ਰਮਰ ਤਜਹਿ ਨਹਿ ਗੰਧ ਸੁਭਾਉ, ਤੇ ਭੌਰਾ ਉਹ ਫੁੱਲਾਂ ਦੀ ਸੁਗੰਧੀ ਲੈਣ ਲਈ ਜੰਗਲ 'ਚ ਹੁੰਦਾ ਰਹਿੰਦਾ, ਜੰਗਲ 'ਚ ਹੈ ਪਰ ਪਾਣੀ 'ਚ ਆ ਜਾਂਦਾ। ਹਾਲਾਂਕਿ ਪਾਣੀ ਦਾ ਜੀ ਨਹੀਂ ਗਾ ਭੌਰਾ, ਪਾਣੀ 'ਚ ਉਹਦਾ ਘਰ ਨਹੀਂ ਹੈ, ਉਹ ਤਾਂ ਬਾਹਰ ਰਹਿੰਦਾ ਕਿਤੇ ਜੰਗਲ ਵਿੱਚ। ਜੰਗਲ 'ਚੋਂ ਸਰੋਵਰ 'ਚ ਆਉਂਦਾ, ਕਾਹਦੇ ਲਈ ਆਉਂਦਾ? ਕਮਲ ਦੀ ਸੁਗੰਧੀ ਲੈਣ ਲਈ। ਉਹਦੇ ਉੱਤੇ ਬੈਠ ਜਾਂਦਾ, ਉਹਦੇ ਵਿੱਚ ਮਗਨ ਹੋ ਜਾਂਦਾ। ਰਾਤ ਨੂੰ ਕਮਲ ਫੁੱਲ ਦੀਆਂ ਪੰਖੜੀਆਂ ਬੰਦ ਹੋ ਜਾਂਦੀਆਂ ਨੇ, ਉਹ ਵਿੱਚ ਘਿਰ ਜਾਂਦਾ ਤੇ ਸਾਹ ਬੰਦ ਹੋ ਜਾਂਦਾ। ਤੇ ਜਦੋਂ ਸਵੇਰੇ ਸੂਰਜ ਚੜ੍ਹਨ ਨਾਲ ਕਮਲ ਦਾ ਫੁੱਲ ਖਿੜਦਾ, ਕਮਲ ਦੇ ਫੁੱਲ ਦੇ ਉੱਤੇ ਭੌਰੇ ਦੀ ਲਾਸ਼ ਪਈ ਹੁੰਦੀ ਹੈ। ਉਹ ਭੌਰਾ ਮਰ ਜਾਂਦਾ ਪਰ ਆਪਣੀ ਪ੍ਰੀਤ ਨਹੀਂ ਘਟਣ ਦਿੰਦਾ। ਪੁਸ਼ਪ ਕੇਤਕੀ ਬੇਦਤ ਜਾਊ, ਇੱਕ ਕੇਤਕੀ ਦਾ ਫੁੱਲ ਹੁੰਦਾ, ਉਹਦੇ ਕੰਡਿਆਂ ਨਾਲ ਭੌਰੇ ਦੇ ਸਰੀਰ ਦੇ ਪਰਛੇ ਉੱਡ ਜਾਂਦੇ ਨੇ, ਵੱਖਰੇ ਵੱਖਰੇ ਉਹਦੇ ਸਰੀਰ ਦੇ ਹਿੱਸੇ ਹੋ ਜਾਂਦੇ ਨੇ, ਪਰ ਉਹ ਕੇਤਕੀ ਦੇ ਫੁੱਲ ਤੇ ਮੰਡਰਾਂਦਾ ਰਹਿੰਦਾ। ਹਮ ਪੰਚੋ ਤੇ ਪੰਚੋ ਜੀਵ, ਕਹਿੰਦੇ ਸਾਡੇ ਨਾਲੋਂ ਭੌਰਾ ਵੀ ਚੰਗਾ। ਅਸੀਂ 5 ਸਿੱਖ ਹਾਂ, ਭਾਈ ਵਿਧੀ ਚੰਦ, ਭਾਈ ਜੇਠਾ, ਭਾਈ ਲੰਗਾ, ਭਾਈ ਪੈੜਾ, ਭਾਈ ਪ੍ਰਾਣਾ। ਕਹਿੰਦੇ ਅਸੀਂ 5 ਹਾਂ, ਪਰ ਸਾਡੇ 5 ਨਾਲੋਂ ਉਹ 5 ਜਾਨਵਰ ਚੰਗੇ ਆ। ਹਿਰਨ ਚੰਗਾ ਜਿਹੜਾ ਕੰਡੇ ਹੇੜੇ ਦੀ ਆਵਾਜ਼ ਲਈ ਆਪਣੀ ਜਾਨ ਦਿੰਦਾ। ਮੱਛੀ ਚੰਗੀ ਹੈ, ਮੱਛੀ ਸਾਥੋਂ ਭਲੀ ਹੈ, ਉੱਤਮ ਹੈ, ਜਿਹੜੀ ਆਪਣੇ ਪਿਆਰੇ ਪਾਣੀ ਨਾਲ ਬਿਨਾਂ ਮਰ ਜਾਂਦੀ ਹੈ। ਔਰ ਸਾਡੇ ਨਾਲੋਂ ਤਾਂ ਭੌਰਾ ਚੰਗਾ ਜਿਹੜਾ ਫੁੱਲਾਂ ਦੀ ਸੁਗੰਧੀ ਲੈਂਦਾ ਉੱਤੇ ਆਪਣੀ ਜਾਨ ਵਾਰ ਦਿੰਦਾ। ਸਾਡੇ ਤੋਂ ਤਾਂ ਉਹ ਪਤੰਗਾ ਚੰਗਾ ਜਿਹੜਾ ਦੀਵੇ ਦੀ ਲਾਟ ਤੇ ਸੜ ਮਰਦਾ। ਅਸੀਂ ਸਾਰਿਆਂ ਤੋਂ ਗਏ ਗੁਜਰੇ ਹਾਂ। ਉੱਤਮ ਪ੍ਰੇਮ ਨਿਭਾਸ ਦੀਵ, ਜਿਨ੍ਹਾਂ ਨੇ ਆਪਣਾ ਪ੍ਰੇਮ ਨਿਭਾਇਆ। ਸਾਚ ਕਹੋ ਸੁਨ ਲਿਓ ਸਭੈ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ। ਪ੍ਰੇਮ ਕਰੇ ਸਿਮਰੇ ਸਤਨਾਮ, ਪ੍ਰੇਮ ਬਿਨਾ ਊਨੇ ਸਭ ਕਾਮ। ਕਹਿੰਦੇ ਕੋਈ ਵੀ ਕੰਮ ਪ੍ਰੇਮ ਨਾਲ ਕਰੋ ਨਾ ਤੇ ਉਹ ਕੰਮ ਸਫਲ ਹੁੰਦਾ, ਤੇ ਜੇ ਬੱਧਾ ਚੱਟੀ ਕਰੋ ਤੇ ਉਹਦੇ ਵਿੱਚ ਰਸ ਨਹੀਂ ਆਉਂਦਾ। ਸਿੱਖੀ ਵੀ ਪ੍ਰੇਮ ਦੀ ਹੈ, ਸਭ ਤੋਂ ਉੱਤਮ ਖੇਡ ਪ੍ਰੇਮ ਦੀ ਹੈ। ਗੁਰੂ ਨਾਲ ਪ੍ਰੇਮ, ਅਸੀਂ ਗੁਰੂ ਨਾਲ ਪ੍ਰੇਮ ਨਹੀਂ ਕਰ ਸਕੇ। ਇਹ ਗੁਰੂ ਕੇ ਸਿੱਖ ਭਾਈ ਵਿਧੀ ਚੰਦ ਜੀ, ਭਾਈ ਜੇਠਾ ਜੀ ਬਿਰਹਾ 'ਚ ਕਹਿ ਰਹੇ ਨੇ। ਇਹ ਉਹਨਾਂ ਦੇ ਅੰਦਰ ਦੀ ਪੀੜ ਹੈ। ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਦੇ ਅੰਦਰ ਪ੍ਰੇਮ ਨਹੀਂ, ਪ੍ਰੇਮ ਕਰਕੇ ਤਾਂ ਉਹ ਕਹਿ ਰਹੇ ਨੇ, ਪਰ ਇਹ ਪ੍ਰੇਮ ਦੀ ਸਾਧ ਸੰਗਤ ਦੀ ਖੇਡ ਐਸੀ ਹੈ ਵੀ ਹਮੇਸ਼ਾ ਇਹ ਆਪਣੇ ਆਪ ਨੂੰ ਅਧੂਰਾ ਹੀ ਸਮਝਦੀ ਹੈ। ਇਹ ਕਦੀ ਰੱਜਦਾ ਨਹੀਂ ਪ੍ਰੇਮੀ, ਹੋਰ ਪਿਆਰ ਕਰਦਾ। ਤੋ ਭਾਈ ਵਿਧੀ ਚੰਦ, ਭਾਈ ਜੇਠਾ, ਭਾਈ ਲੰਗਾ, ਭਾਈ ਪ੍ਰਾਣਾ, ਭਾਈ ਪੈੜਾ ਕਹਿ ਰਹੇ ਨੇ ਸਾਡੇ ਨਾਲੋਂ ਤਾਂ ਚੰਗੇ ਉਹਦੇ ਜਾਨਵਰ ਚੰਗੇ ਨੇ। ਪ੍ਰਥਮ ਦੇਖ ਕਰ ਦੁਖ ਗੁਰ ਕੇਰੇ,
ਪਹਿਲਾਂ ਤੇ ਅਸੀਂ ਮਹਾਰਾਜ ਦੇ ਦੁੱਖ ਅੱਖਾਂ ਨਾਲ ਵੇਖੇ। ਸਾਡੇ ਸਾਹਮਣੇ ਮਹਾਰਾਜ ਤੱਤੀਆਂ ਤਵੀਆਂ ਤੇ ਬਿਠਾਏ ਗਏ ਨੇ, ਦੇਗਾਂ 'ਚ ਉਬਾਲੇ ਗਏ ਨੇ, ਮਹਾਰਾਜ ਦੇ ਤਨ ਤੇ ਰੇਤੇ ਪਾਏ ਗਏ, ਤੱਤੇ ਸਾੜ ਸਾੜ ਕੇ। ਇੰਨਾ ਮਹਾਰਾਜ ਨੂੰ ਦੁੱਖ ਦਿੱਤਾ ਤੇ ਅਸੀਂ ਸਾਰਾ ਕੁਝ ਆਪਣੀ ਇਹਨਾਂ ਅੱਖਾਂ ਨਾਲ ਵੇਖਿਆ ਹੈ। ਆਪ ਗੁਰ ਪਤਨੀ ਸੁਤ ਦੁਖ ਹੇਰੇ। ਤੇ ਹੁਣ ਅਸੀਂ ਗੁਰੂ ਪਾਤਸ਼ਾਹ ਦੀ ਪਤਨੀ ਮਾਤਾ ਗੰਗਾ ਜੀ ਦਾ ਦੁੱਖ ਵੇਖਾਂਗੇ। ਹੁਣ ਅਸੀਂ ਗੁਰੂ ਸਾਹਿਬ ਦੇ ਸਾਹਿਬਜ਼ਾਦੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦਾ ਦੁੱਖ ਵੇਖਾਂਗੇ। ਅਸੀਂ ਹੁਣ ਅੰਮ੍ਰਿਤਸਰ ਦੀਆਂ ਲੱਖਾਂ ਹਜ਼ਾਰਾਂ ਸੰਗਤਾਂ ਦਾ ਦੁੱਖ ਵੇਖਾਂਗੇ। ਇਹ ਸਾਥੋਂ ਕਿਵੇਂ ਵੇਖਿਆ ਜਾਏਗਾ? ਏਵ ਵਿਚਾਰਤ ਆਰਤ ਹੋਤੇ। ਇਹਨਾਂ ਵਿਚਾਰੇ ਨਾਲੇ ਤਾਂ ਤੁਰੇ ਆਉਂਦੇ ਨੇ ਪੰਜੇ ਸਿੱਖ ਤੇ ਨਾਲੇ ਦੁਖੀ ਹੁੰਦੇ ਨੇ। ਕਦਮ ਅੰਮ੍ਰਿਤਸਰ ਵੱਲ ਪੁੱਟਣੇ ਪੈ ਰਹੇ ਨੇ, ਪਰ ਕਦਮ ਭਾਰੇ ਲੱਗਦੇ ਨੇ। ਪੈਰ ਵੀ ਥੱਲੇ ਸਾਥ ਨਹੀਂ ਦਿੰਦੇ। ਕਿਹੜੇ ਮੂੰਹ ਨਾਲ ਜਾ ਕੇ ਦੱਸਾਂਗੇ ਸੱਚੇ ਪਾਤਸ਼ਾਹ ਸ਼ਹੀਦ ਹੋ ਗਏ ਨੇ? ਹਾਂਜੀ। ਬਦਨ ਖਿੰਨ ਦੁੱਧ ਨਹੀਂ ਉਦੇਤੇ। ਚਿਹਰੇ ਮੁਰਝਾਏ ਹੋਏ ਨੇ। ਕਿਸੇ ਸਿੱਖ ਦੇ ਮੱਥੇ ਤੇ ਪ੍ਰਸੰਨਤਾ ਦਾ ਚਿੰਨ੍ਹ ਨਜ਼ਰ ਨਹੀਂ ਆਉਂਦਾ। ਬਹੁਤ ਜ਼ਿਆਦਾ ਦੁਖੀ ਲੱਗਦੇ ਨੇ ਮੱਥੇ ਤੋਂ, ਚਿਹਰੇ ਤੋਂ। ਪ੍ਰਭਸ਼ੇ ਜਾਏ ਸੁਦਾਸਰ ਨਗਰੀ। ਇਸ ਤਰ੍ਹਾਂ ਇਹ ਗੁਰੂ ਕੇ ਸਿੱਖ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਰਾਮਦਾਸ ਦੀ ਨਗਰੀ 'ਚ ਪਹੁੰਚ ਗਏ ਨੇ। ਅਸ਼ਰ ਵਿਮੋਚ ਬਲੋਕਤ ਸਗਰੀ। ਸਾਰੀ ਨਗਰੀ ਵੇਖੀ ਹੈ, ਸ੍ਰੀ ਅੰਮ੍ਰਿਤਸਰ ਵੇਖਿਆ ਹੈ, ਅੰਮ੍ਰਿਤਸਰ ਸਾਹਿਬ ਦਾ ਸ਼ਹਿਰ ਵੇਖਿਆ ਹੈ ਤੇ ਅੱਖਾਂ 'ਚ ਹੰਝੂ ਆ ਗਏ ਨੇ। ਇਹ ਉਹ ਨਗਰੀ ਹੈ ਜਿਹਨੂੰ ਪੰਚਮ ਪਾਤਸ਼ਾਹ ਨੇ ਰੀਝਾਂ ਨਾਲ ਸ਼ਿੰਗਾਰਿਆ। ਇਹ ਉਹ ਸਰੋਵਰ ਹੈ ਜਿਹਨੂੰ ਸ੍ਰੀ ਗੁਰੂ ਅਰਜਨ ਦੇਵ ਜੀ, ਇਹ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੋਤੀ ਜੋਤ ਸਮਾਉਣ ਲੱਗੇ 1581 ਵਿੱਚ। ਉਦੋਂ ਗੁਰੂ ਅਰਜਨ ਦੇਵ ਜੀ 17.5 ਸਾਲ ਦੇ ਸਨ। 17.5 ਸਾਲ ਦੀ ਉਮਰ 'ਚ ਪੰਜਵੇਂ ਪਾਤਸ਼ਾਹ ਗੁਰਿਆਈ ਗੱਦੀ ਤੇ ਬਿਰਾਜੇ। ਗੁਰੂ ਰਾਮਦਾਸ ਜੀ ਨੇ ਆਪਣੇ ਪੁੱਤਰ ਗੁਰੂ ਅਰਜਨ ਦੇਵ ਜੀ ਨੂੰ ਕੋਲ ਬਿਠਾ ਕੇ ਕਿਹਾ, ਪੁੱਤਰ, ਜਿੰਨੀ ਗੁਰੂ ਘਰ ਦੀ ਮਰਜ਼ਾਦਾ ਤੁਹਾਨੂੰ ਪਤਾ ਹੈ, ਗੁਰੂ ਘਰ ਦੀ ਮੁੱਖ ਮਰਜ਼ਾਦਾ ਕੀਰਤਨ ਤੇ ਕਥਾ, ਇਹ ਮੁੱਖ ਹੈ। ਬਾਣੀ ਦਾ ਜਾਪ, ਕੀਰਤਨ, ਕਥਾ, ਦਰਬਾਰ ਵਿੱਚ ਬੈਠਣਾ, ਨਾਮ ਜਪਣਾ ਤੇ ਜਪਾਣਾ, ਇਹ ਪਹਿਲਾ ਸਟੈਪ ਹੈ। ਦੂਜੀ, ਗੁਰੂ ਦਾ ਲੰਗਰ ਚਲਾਣਾ। ਕੀਰਤਨ, ਕਥਾ, ਭਜਨ ਬਾਣੀ ਇਹ ਇੱਕ ਹੈ ਤੇ ਗੁਰੂ ਦਾ ਲੰਗਰ ਦੂਜਾ ਪੁਆਇੰਟ ਹੈ। ਇਹ ਦੋਵੇਂ ਮੁੱਖ ਹਨ। ਮਹਾਰਾਜ ਕਹਿੰਦੇ ਇਹ ਲੰਗਰ ਦੋਵੇਂ, ਇੱਕ ਤਾਂ ਹੈ ਬਾਣੀ ਦਾ ਲੰਗਰ, ਸ਼ਬਦ ਦਾ ਲੰਗਰ, ਦੂਜਾ ਪ੍ਰਸ਼ਾਦੇ ਦਾ ਲੰਗਰ। ਇਹ ਕਾਇਮ ਰੱਖਣੀ ਮਰਜ਼ਾਦਾ। ਗੁਰੂ ਘਰ ਦੀਆਂ ਜਿੰਨੀਆਂ ਵੀ ਪਰੰਪਰਾਵਾਂ ਨੇ ਉਹ ਘਟਾਣੀਆਂ ਨਹੀਂ, ਵਧਾਣੀਆਂ ਨੇ। ਜਿਹੜਾ ਪੁੱਤਰ ਹੁੰਦਾ ਨਾ, ਚੰਗਾ ਸਪੁੱਤਰ, ਉਹ ਪਿਓ ਦਾਦੇ ਦੀ ਪ੍ਰਾਪਰਟੀ ਵਧਾਉਂਦਾ। ਜਿਹੜਾ ਪੁੱਤਰ ਹੁੰਦਾ ਉਹ ਉਨੀ ਕੁ ਰੱਖਦਾ ਜਿੰਨੀ ਕੁ ਹੈ, ਤੇ ਜਿਹੜਾ ਕਪੁੱਤਰ ਹੁੰਦਾ ਉਹ ਬਰਬਾਦ ਕਰਦਾ। ਅੱਜ ਆਪਾਂ ਸਾਧ ਸੰਗਤ ਦੀ ਸਾਰੀਆਂ ਹੀ ਪੁਰਾਤਨ ਪਰੰਪਰਾਵਾਂ ਮਿੱਟੀ 'ਚ ਮਿਲਾਈ ਗਏ, ਛੱਡੀ ਗਏ। ਆਹ ਨਹੀਂ ਕਰਨਾ, ਆਹ ਨਹੀਂ ਕਰਨਾ, ਆਹ ਨਹੀਂ ਕਰਨਾ, ਆਹ ਨਹੀਂ ਕਰਨਾ। ਇਹ ਬਾਹਮਣਵਾਦ ਹੈ ਜੀ, ਇਹ ਮਨਮਤ ਹੈ ਜੀ, ਆਹ ਹੈ ਜੀ, ਆਹ ਉਹ ਹੈ। ਤੇ ਇਹ ਨਹੀਂ ਦੱਸਿਆ ਸਿੱਖਾਂ ਨੂੰ ਵੀ ਕਰਨਾ ਕੀ ਹੈ। ਠੀਕ ਹੈ ਵੀ ਜੇ ਕੋਈ ਛੁਡਾਈ ਹੈ ਚੀਜ਼ ਤੇ ਕੋਈ ਦੱਸੋ, ਵੀ ਕਰਨ ਵਾਲੇ ਵੀ ਦੱਸੋ, ਤਾਂ ਹੀ ਅਗਲੇ ਕੁਝ ਕਰਨਗੇ। ਜੇ ਕੁਝ ਦੱਸਿਆ ਹੀ ਨਹੀਂ ਕਿਸੇ ਨੂੰ ਤੇ ਉਹ ਵਿਚਾਰੇ ਕਰਨ ਕੀ। ਤਾਂ ਪੁਰਾਤਨ ਗੁਰੂ ਸਾਹਿਬ ਦੇ ਸਿੱਖ ਜਿਹੜੇ ਸੀ ਇਸ ਗੱਲ ਤੇ ਬੜੇ ਸੁਚੇਤ ਸੀਗੇ ਵੀ ਸੰਗਤ ਦਾ ਧਿਆਨ ਗੁਰੂ ਨਾਲ ਜੋੜ ਕੇ ਕਿਵੇਂ ਰੱਖਣਾ, ਕਿਵੇਂ ਸੰਗਤ ਨੂੰ ਬਾਣੀ ਨਾਲ, ਬਾਣੇ ਨਾਲ, ਬਾਣੀ ਗੁਰੂ ਘਰ ਨਾਲ ਜੋੜ ਕੇ ਰੱਖਣਾ। ਮਹਾਰਾਜ ਕਹਿੰਦੇ ਸਾਰੀ ਮਰਜ਼ਾਦਾ ਨਿਭਾਣੀ ਤੁਸੀਂ, ਤੇ ਇੱਕ ਵਾਅਦਾ ਕਰਨਾ ਜੇ, ਜਿਹੜਾ ਅਸੀਂ ਸਰੋਵਰ ਸ਼ੁਰੂ ਕੀਤਾ ਨਾ ਸ੍ਰੀ ਅੰਮ੍ਰਿਤਸਰ, ਇਹ ਅੰਮ੍ਰਿਤਸਰ ਜਿਹੜਾ ਸਰੋਵਰ ਹੈ, ਇਹ ਵੈਸੇ ਤਾਂ ਪਹਿਲੇ ਪਾਤਸ਼ਾਹ ਵੀ ਇੱਥੇ ਚਰਨ ਪਾ ਕੇ ਗਏ, ਗੁਰੂ ਨਾਨਕ ਦੇਵ ਜੀ। ਉਹ ਵੀ ਭਾਈ ਮਰਦਾਨੇ ਨੂੰ ਦੱਸ ਕੇ ਗਏ ਇੱਥੇ ਬੜਾ ਵੱਡਾ ਸਾਡਾ ਤੀਰਥ ਪ੍ਰਗਟ ਹੋਵੇਗਾ। ਗੁਰੂ ਅੰਗਦ ਸਾਹਿਬ ਮਹਾਰਾਜ ਵੀ ਜਦੋਂ ਕਰਤਾਰਪੁਰ ਸਾਹਿਬ ਜਾਂਦੇ ਆਉਂਦੇ ਇੱਥੇ ਚਰਨ ਪਾ ਗਏ। ਤੇ ਫਿਰ ਤੀਸਰੇ ਪਾਤਸ਼ਾਹ ਦੇ ਕੋਲ ਲਾਹੌਰ ਦੀ ਸੰਗਤ ਚੱਲ ਕੇ ਆਈ, ਗੁਰੂ ਅਮਰਦਾਸ ਸਾਹਿਬ ਕੋਲ, ਗੋਇੰਦਵਾਲ ਸਾਹਿਬ। ਲਾਹੌਰ ਦੇ ਸਿੱਖਾਂ ਨੇ ਬੇਨਤੀ ਕੀਤੀ, ਸਤਿਗੁਰੂ ਜੀ
ਪਹਿਲੇ ਪਾਤਸ਼ਾਹ ਆਏ ਸਨ ਲਾਹੌਰ ਦੇ ਵਿੱਚ। ਤੇ ਜਦੋਂ ਪਹਿਲੀ ਵਾਰੀ ਲਾਹੌਰ 'ਚ ਵੜੇ ਤੇ ਉਹ ਮੁਹੱਲਾ ਸੀ ਜਿੱਥੇ ਕਸਾਈਆਂ ਨੇ ਗਊਆਂ ਮਾਰੀਆਂ, ਕਸਾਬਪੁਰਾ। ਕਸਾਬਪੁਰੇ 'ਚ ਵੜੇ ਤੇ ਗਊਆਂ ਨੂੰ ਅੱਗੇ ਹਲਾਲ ਕੀਤਾ ਜਾ ਰਿਹਾ ਸੀ। ਗਊਆਂ ਦੀ ਗਰਦਨ ਤੇ ਹੌਲੇ ਹੌਲੇ ਛੁਰੀ ਚਲਾ ਰਹੇ ਸਨ ਤੇ ਗਊਆਂ ਦਾ ਚੀਕ ਚਿਹਾੜਾ ਸੁਣ ਕੇ ਸਾਹਿਬ ਬੋਲੇ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈ। ਇਹ ਗੁਰੂ ਨਾਨਕ ਸਾਹਿਬ ਦਾ ਸ਼ਲੋਕ ਹੈ, 12 ਦੇ ਵਧੀਕ ਵਿੱਚ ਆਉਂਦਾ। ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈ। ਉਹ ਬਚਨ ਸਤਿਗੁਰੂ ਕਰਕੇ ਚਲੇ ਗਏ, ਪਰ ਅੱਜ ਤੱਕ ਉਹ ਬਚਨ ਪੂਰਾ ਹੋ ਰਿਹਾ। हे ਮਹਾਰਾਜ, 24 ਘੰਟਿਆਂ ਵਿੱਚ 8 ਪਹਿਰਾਂ 'ਚ ਇੱਕ ਪਹਿਰ ਇਹੋ ਜਿਹਾ ਆਉਂਦਾ ਜਦੋਂ ਘਰ ਘਰ ਲੜਾਈ ਹੋ ਜਾਂਦੀ ਹੈ, ਘਰ ਘਰ ਦੇ ਵਿੱਚ ਕਲਾ ਕਲੇਸ਼ ਹੋ ਜਾਂਦਾ, ਪਤੀ ਪਤਨੀ ਲੜ ਪੈਂਦੇ ਨੇ, ਪਿਓ ਪੁੱਤਰ ਲੜ ਪੈਂਦੇ ਨੇ, ਭਰਾ ਭਰਾ ਲੜ ਪੈਂਦੇ ਨੇ, ਦੁਕਾਨਦਾਰ ਤੇ ਗਾਹਕ ਦੁਕਾਨਾਂ ਤੇ ਲੜ ਪੈਂਦੇ ਨੇ। ਲਾਹੌਰ 'ਚ ਬੜਾ ਰੌਲਾ ਪੈਂਦਾ, ਬੜਾ ਹੀ ਵਿਖਾਦ ਹੁੰਦਾ। ਤੇ ਮਹਾਰਾਜ, ਤੁਸੀਂ ਉਸੇ ਗੱਦੀ ਤੇ ਬੈਠੇ ਹੋ, ਤੁਸੀਂ ਵੀ ਗੁਰੂ ਨਾਨਕ ਦਾ ਹੀ ਰੂਪ ਹੋ, ਮਿਹਰ ਕਰੋ, ਇਹ ਜਿਹੜਾ ਬਚਨ ਹੋਇਆ ਇਹਨੂੰ ਵਾਪਸ ਲੈ ਲਓ। ਤੀਸਰੇ ਪਾਤਸ਼ਾਹ ਕਹਿਣ ਲੱਗੇ, ਗੁਰਮੁਖੋ, ਜਿਹੜੇ ਮਹਾਂਪੁਰਸ਼ਾਂ ਦੀ ਰਸਨਾ ਤੋਂ ਵਾਕ ਨਿਕਲ ਜਾਂਦੇ ਨੇ, ਤੀਰ ਕਮਾਨੋ ਜਾਨ ਜਹਾਨੋ, ਬੋਲ ਜ਼ਬਾਨੋ ਨਿਕਲ ਜਾਨੋ, ਮੁੜ ਕੇ ਨਹੀਂ ਆਨੋ। ਕਮਾਨ ਚੋਂ ਨਿਕਲਿਆ ਤੀਰ, ਜ਼ਬਾਨ ਚੋਂ ਨਿਕਲਿਆ ਬੋਲ, ਵਾਪਸ ਨਹੀਂ ਆਉਂਦਾ। ਤੇ ਫਿਰ ਗੁਰੂ ਨਾਨਕ ਦਾ ਬਚਨ ਤਾਂ ਇੱਕ ਸਾਧ ਬਚਨ ਅਟਲਾਦਾ, ਕੋਈ ਨਹੀਂ ਦੁਨੀਆ ਦੀ ਤਾਕਤ ਉਸ ਬਚਨ ਨੂੰ ਬਦਲ ਸਕਦੀ। ਲਾਹੌਰ ਜੋ ਹੋਏਗਾ ਉਹ ਉਹਨਾਂ ਦੇ ਹੁਕਮ ਨਾਲ ਹੋਵੇਗਾ। ਪਰ ਅਸੀਂ ਉਸ ਜ਼ਹਿਰ ਦੇ ਲਾਗੇ ਅੰਮ੍ਰਿਤ ਦਾ ਸਰੋਵਰ ਬਣਾਵਾਂਗੇ, ਜਿੱਥੇ ਅੰਮ੍ਰਿਤ ਦੀ ਹਰ ਵੇਲੇ ਵਰਖਾ ਹੋਵੇਗੀ। ਸਾਚ ਨਾਮ ਕੀ ਅੰਮ੍ਰਿਤ ਵਰਖਾ। ਤੇ ਨਾਲ ਹੀ ਪਾਤਸ਼ਾਹ ਨੇ ਦੂਜਾ ਸ਼ਲੋਕ ਲਿਖਿਆ, ਮਹੱਲਾ ਤੀਜਾ, ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਤੇ ਗੁਰੂ ਰਾਮਦਾਸ ਸਾਹਿਬ ਨੂੰ ਭੇਜਿਆ ਵੀ ਜਾਓ ਉੱਥੇ ਸਰੋਵਰ ਸ਼ੁਰੂ ਕਰੋ। ਅਜੇ ਗੱਦੀ ਤੇ ਗੁਰੂ ਅਮਰਦਾਸ ਸਨ, ਆਪਣੇ ਹੁੰਦੇ ਹੀ ਭੇਜਿਆ। ਜਿਹੜੀ ਘੋੜੀ ਭਾਈ ਪਾਰੋ ਜੀ ਨੇ ਅਰਦਾਸ ਕਰਾਈ ਸੀ ਨਾ, ਡੱਲੇ ਵਾਲਿਆਂ ਨੇ, ਉਸ ਘੋੜੀ ਤੇ ਬਹਿ ਕੇ ਪਹਿਲੀ ਵਾਰੀ ਗੁਰੂ ਰਾਮਦਾਸ ਜੀ ਗੋਇੰਦਵਾਲ ਸਾਹਿਬ ਤੋਂ ਚੱਲੇ ਤੇ ਅੰਮ੍ਰਿਤਸਰ ਆਏ। ਸਰੋਵਰ ਦੀ ਸੇਵਾ ਸ਼ੁਰੂ ਕਰਾਈ। ਖੁਦਾਈ ਅਜੇ ਥੋੜੀ ਜਿਹੀ ਹੋਈ ਸੀ ਕਿ ਮਹਾਰਾਜ ਸਾਹਿਬ ਜੀ ਸੱਚਖੰਡ ਪਿਆਨਾ ਕਰਨ ਲੱਗੇ। ਗੁਰੂ ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਵੀ 7 ਸਾਲ ਗੱਦੀ ਤੇ ਰਹੇ, ਸਰੋਵਰ ਪੂਰਾ ਨਹੀਂ ਹੋਇਆ। ਆਪਣੇ ਪੁੱਤਰ ਗੁਰੂ ਅਰਜਨ ਦੇਵ ਜੀ ਨੂੰ ਕਹਿਣ ਲੱਗੇ ਕਿ ਇਹ ਸਰੋਵਰ ਤੁਸੀਂ ਪੂਰਾ ਕਰਨਾ, ਔਰ ਇਹਨੂੰ ਇੱਕ ਮਹਿਜ ਪਾਣੀ ਦਾ ਤਲਾਬ ਨਾ ਸਮਝਿਆ ਜੇ, ਇਹ ਕੇਵਲ ਇਹ ਨਾ ਸਮਝਿਆ ਜੇ ਵੀ ਜਿਵੇਂ ਆਮ ਪਿੰਡਾਂ ਵਿੱਚ ਸਰੋਵਰ ਬਣੇ ਹੁੰਦੇ ਨੇ, ਸ਼ਹਿਰਾਂ 'ਚ ਬਣੇ ਹੁੰਦੇ, ਰਾਜਿਆਂ ਮਹਾਰਾਜਿਆਂ ਨੇ ਵੀ ਬਣਾਏ ਹੁੰਦੇ ਨੇ ਤਲਾਬ, ਉਦਾਂ ਦਾ ਨਹੀਂ ਸਮਝਣਾ। ਇਹਨੂੰ ਏਦਾਂ ਸਮਝਣਾ ਵੀ ਇਹ ਮੇਰੇ ਪਿਤਾ ਗੁਰੂ ਰਾਮਦਾਸ ਦਾ ਸਰੀਰ ਹੈ ਤੇ ਮੈਂ ਉਹਦੀ ਮੁੱਠੀ ਚਾਪੀ ਕਰ ਰਿਹਾ। ਜਿਵੇਂ ਪੁੱਤਰ ਮਾਂ-ਬਾਪ ਦੀ ਸੇਵਾ ਕਰਦੇ ਨਾ, ਏਦਾਂ ਇਹਦੀ ਸੇਵਾ ਕਰਨੀ ਹੈ, ਇਹਨੂੰ ਸਾਡਾ ਰੂਪ ਸਮਝ ਕੇ ਸੇਵਾ ਕਰਨੀ ਹੈ। ਤਾਂ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਹਦਾ ਨਾਮ ਰਾਮਦਾਸ ਸਰੋਵਰ ਕਿਹਾ। ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ, ਸੰਤੋ ਰਾਮਦਾਸ ਸਰੋਵਰ ਨੀਕਾ, ਜੋ ਨਹਾਵੈ ਸੋ ਕੁਲ ਤਰਾਵੈ, ਉਧਾਰ ਹੋਆ ਹੈ ਜੀ ਕਾ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੇ ਸਰੋਵਰ ਨੂੰ ਇੰਨਾ ਸੁੰਦਰ ਬਣਾਇਆ। ਉਹਦੇ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਰਚਨਾ ਕੀਤੀ। ਉਸ ਹਰਿਮੰਦਰ ਸਾਹਿਬ ਦੇ ਵਿੱਚ ਗੁਰੂ ਕੀ ਬਾਣੀ ਦਾ ਪ੍ਰਕਾਸ਼ ਕੀਤਾ ਔਰ ਲੱਖਾਂ ਸੰਗਤਾਂ ਨੂੰ ਪਰਮੇਸ਼ਰ ਨਾਲ ਜੋੜਿਆ। ਇਹ ਗੁਰੂ ਰਾਮਦਾਸ ਦੀ ਨਗਰੀ ਅੰਮ੍ਰਿਤਸਰ ਨੂੰ ਇੰਨੇ ਭਾਗ ਲਾਉਣ ਵਾਲਾ ਸਤਿਗੁਰੂ ਅੱਜ ਸਾਥੋਂ ਓਹਲੇ ਹੋ ਗਿਆ ਹੈ। ਅੱਜ ਸਤਿਗੁਰੂ ਜੀ ਪਰਦਾ ਕਰ ਗਏ ਨੇ। ਇਸ ਗੱਲ ਨੇ ਸਿੱਖਾਂ ਦੇ ਹਿਰਦੇ ਬਲੂੰਦਰੇ ਹੋਏ ਨੇ। ਜਦੋਂ ਸਾਹਮਣੇ ਗੁਰੂ ਕੀ ਨਗਰੀ ਦੇ ਦਰਸ਼ਨ ਹੋਏ, ਉਸ ਵੇਲੇ ਬਾਬਾ ਬਿਧੀ ਚੰਦ, ਭਾਈ ਜੇਠਾ, ਭਾਈ ਲੰਗਾ, ਉਹ ਆਪਣਾ ਰੋਣਾ ਰੋਕ ਨਹੀਂ ਸਕੇ। ਅੱਖਾਂ ਦੇ ਹੰਝੂ ਮੱਲੋ ਮੱਲੀ ਵਗ ਗਏ ਹਨ। ਜੈ ਸ੍ਰੀ ਹਰਗੋਬਿੰਦ ਆਨੰਦਤ, ਜਿੱਥੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਬਿਰਾਜੇ ਸਨ, ਆਏ ਖਰੇ ਪਗ ਪੰਕਜ ਬੰਦਤ, ਉੱਥੇ ਆ ਕੇ
ਪੰਜਾਂ ਸਿੱਖਾਂ ਨੇ ਚਰਨਾਂ ਤੇ ਮੱਥਾ ਟੇਕਿਆ। जिन को गिनत गुरु जब गए। ਮਹਾਰਾਜ ਦਿਨ ਗਿਣ ਰਹੇ ਸਨ। ਛੇਵੇਂ ਪਾਤਸ਼ਾਹ ਪਿਤਾ ਜੀ ਨੂੰ ਗਿਆ ਨੂੰ ਅੱਜ ਇੰਨੇ ਦਿਨ ਹੋ ਗਏ ਨੇ, ਅੱਜ ਇੰਨੇ ਦਿਨ ਹੋ ਗਏ ਨੇ, ਅਜੇ ਤੱਕ ਪਿਤਾ ਜੀ ਆਏ ਨਹੀਂ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਉਡੀਕ ਰਹੇ ਸਨ। ਏਤਕ ਬਿਰਹਾ ਤਿਨ ਹੋ ਕੇ ਪਏ। ਤੇ ਉਹ ਵਿਛੋੜਾ ਸਾਰੇ ਪਰਿਵਾਰ ਨੂੰ ਵੀ ਮਹਿਸੂਸ ਹੋ ਰਿਹਾ ਸੀ, ਸੰਗਤਾਂ ਨੂੰ ਵੀ ਹੋ ਰਿਹਾ ਸੀ ਵੀ ਗੁਰੂ ਸਾਹਿਬ ਲਾਹੌਰ ਗਏ, ਇੰਨੇ ਦਿਨ ਹੋ ਗਏ, ਆਏ ਕਿਉਂ ਨਹੀਂ। ਕਰਤ ਪ੍ਰਤੀਖਨ ਕਬ ਇਤ ਆਵੈ। ਤੇ ਗੁਰੂ ਹਰਗੋਬਿੰਦ ਸਾਹਿਬ ਵੀ ਉਡੀਕ ਰਹੇ ਸਨ ਵੀ ਕਦੋਂ ਪਿਤਾ ਜੀ ਆਉਣਗੇ। ਮੇਰਾ ਦਰਸ਼ਨ ਸੁੰਦਰ ਦਿਖਰਾਵੈ। ਉਹ ਸੋਹਣੇ ਮਨ ਮੋਹਣੇ ਸਰੂਪ ਦੇ ਕਦੋਂ ਦਰਸ਼ਨ ਕਰਾਂਗੇ। ਬੈਠੇ ਜਬ ਹੈ ਲਗਾਏ ਦੀਵਾਨ। ਜਦੋਂ ਮਹਾਰਾਜ ਛੇਵੇਂ ਪਾਤਸ਼ਾਹ ਦੀਵਾਨ ਲਾ ਕੇ ਬੈਠਦੇ ਨੇ, ਸਿੱਖ ਸੰਗਤ ਦਰਸਹਿ ਗਨਿਆਨ। ਸਿੱਖ ਸੰਗਤਾਂ ਆ ਕੇ ਦਰਸ਼ਨ ਕਰਦੀਆਂ ਨੇ। ਦੇਖ ਤਿਨਹੋ ਕੋ ਹੋਏ ਆਨੰਦਾ। ਤੇ ਗੁਰੂ ਸਾਹਿਬ ਸੰਗਤਾਂ ਦੇ ਦਰਸ਼ਨ ਕਰਦੇ ਨੇ, ਸੰਗਤਾਂ ਗੁਰੂ ਦੇ ਦਰਸ਼ਨ ਕਰਕੇ ਆਨੰਦ ਮਾਣਦੀਆਂ ਨੇ। ਜਨਮ ਜਨਮ ਕੇ ਕਾਟੈ ਫੰਦਾ। ਤੇ ਗੁਰੂ ਦੇ ਦਰਸ਼ਨ ਕਰਕੇ ਜਨਮਾਂ ਜਨਮਾਂ ਦੇ ਬੰਧਨ ਕੱਟੇ ਜਾਂਦੇ ਨੇ। ਮਨ ਉਦਾਸ ਤਬ ਪ੍ਰਾਪਤ ਸ਼ਾਂਤੀ। ਸਾਧ ਸੰਗਤ ਜੀ, ਮਨ ਉਦਾਸ ਹੁੰਦਾ ਜਦੋਂ ਗੁਰੂ ਦੇ ਦਰਸ਼ਨ ਕਰਦੇ ਤੇ ਮਨ ਨੂੰ ਸ਼ਾਂਤੀ ਮਿਲਦੀ ਹੈ। ਹੋਏ ਖੁਸ਼ੀ ਕਬ ਸੀਤਲ ਛਾਤੀ। ਤੇ ਮਨ 'ਚ ਸੋਚਦੇ ਨੇ ਵੀ ਗੁਰੂ ਸਾਹਿਬ ਕਦੋਂ ਆਉਣਗੇ, ਗੁਰੂ ਅਰਜਨ ਦੇਵ ਜੀ, ਤੇ ਕਦੋਂ ਉਹਨਾਂ ਦੇ ਦਰਸ਼ਨ ਕਰਾਂਗੇ, ਕਦੋਂ ਮਨ ਠੰਡਾ ਹੋਏਗਾ। ਪਰ ਭਾਈ ਬਿਧੀ ਚੰਦ, ਭਾਈ ਜੇਠਾ ਕੋਈ ਹੋਰ ਹੀ ਖਬਰ ਲੈ ਕੇ ਆ ਗਏ। ਜਦੋਂ ਮਹਾਰਾਜ ਦੀ ਸ਼ਹੀਦੀ ਦਾ ਪ੍ਰਸੰਗ ਸੁਣਿਆ, ਸਭ ਸੰਗਤਾਂ ਵਿਆਕੁਲ ਹੋ ਗਈਆਂ, ਸਭ ਦੇ ਨੇਤਰਾਂ 'ਚ ਜਲ ਛਾ ਗਿਆ। ਸਾਰਾ ਪਰਿਵਾਰ, ਸਾਰੀਆਂ ਸੰਗਤਾਂ ਉਸ ਦੁੱਖ ਨੂੰ, ਉਸ ਸਦਮੇ ਨੂੰ ਸਹਿ ਨਹੀਂ ਸਕੀਆਂ। ਪਰ ਧੰਨ ਮੇਰੀ ਪੀਰ ਦੇ ਮਾਲਕ ਛੇਵੇਂ ਪਾਤਸ਼ਾਹ ਜੀ ਨੇ ਸਭ ਸੰਗਤਾਂ ਨੂੰ ਆਖਿਆ, ਭਾਈ ਭਾਣਾ ਮੰਨੋ, ਗੁਰਦੇਵ ਦਾ ਹੁਕਮ ਹੈ, ਤੇਰਾ ਕੀਆ ਮਿੱਠਾ ਲੱਗਿਆ। ਜੇ ਪਿਤਾ ਗੁਰਦੇਵ ਨੇ ਹੁਕਮ ਮੰਨਿਆ ਤੇ ਆਪਾਂ ਵੀ ਹੁਕਮ ਮੰਨੀਏ ਹੁਣ, ਕਿਉਂਕਿ ਹੁਕਮ ਮੰਨਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਹੈ। ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੈ ਕਾ ਮਹਿਲ ਪਾਈ ਸੀ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੀ ਇਹ ਸ਼ਹਾਦਤ ਦਾ ਪ੍ਰਸੰਗ ਸੰਗਤਾਂ ਨਾਲ ਸਾਂਝਾ ਕੀਤਾ। ਗੁਰੂ ਦੀ ਕਥਾ ਅਕਥ ਹੈ, ਸਾਡੀ ਬੁੱਧੀ ਬਹੁਤ ਥੋੜੀ ਹੈ। ਅਸੀਂ ਸਾਧ ਸੰਗਤ ਦੀ ਸਤਿਗੁਰੂ ਦੀ ਮਹਿਮਾ ਨਹੀਂ ਬਿਆਨ ਕਰ ਸਕਦੇ, ਨਹੀਂ ਜਾਣ ਸਕਦੇ। ਮਹਾਰਾਜ ਆਪ ਹੀ ਜਿਵੇਂ ਕਰਾ ਲੈਣ ਉਵੇਂ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ। ਕੋਈ ਭੁੱਲ ਚੁੱਕ ਹੋਈ ਹੋਵੇ ਇਹਨਾਂ ਦਿਨਾਂ ਵਿੱਚ ਤਾਂ ਖਿਮਾ ਕਰਨੀ, ਅੱਗੇ ਦੀ ਅਰਦਾਸ ਕਰਨੀ। ਮਹਾਰਾਜ ਸਾਹਿਬ ਜੀ ਆਪਣਾ ਪ੍ਰੇਮ, ਆਪਣੀ ਸ਼ਰਧਾ, ਆਪਣਾ ਪਿਆਰ ਬਖਸ਼ਣ ਤਾਂ ਕਿ ਸਾਡਾ ਇਹ ਸੰਸਾਰ ਤੇ ਆਉਣਾ। ਇਹ ਕਥਾ ਕਾਹਦੇ ਲਈ ਸੁਣੀਦੀ ਹੈ ਕਿ ਸਾਡਾ ਜੀਵਨ ਸਫਲਾ ਹੋਵੇ, ਸਾਨੂੰ ਇਹ ਸੰਸਾਰ ਤੋਂ ਗੁਰੂ ਬਾਂਹ ਫੜ ਕੇ ਪਾਰ ਲੰਘਾਵੇ। ਜਿਸ ਗੁਰੂ ਦੀ ਕਥਾ ਸੁਣ ਰਹੇ ਹਾਂ ਉਹ ਗੁਰੂ ਸਮਰੱਥ ਹੈ, ਉਹ ਗੁਰੂ ਲੋਕ ਪਰਲੋਕ ਦਾ ਰਾਖਾ ਹੈ। ਇਤਨੇ ਬਚਨ ਪ੍ਰਵਾਨ ਕਰਨੇ। ਸਾਰੀਆਂ ਸੰਗਤਾਂ ਦਾ ਧੰਨਵਾਦ। ਇੱਥੇ ਹੀ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ।